ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ ਜੋ ਸ਼ਾਮ ਦੇ ਸਮੇਂ ਆਪਾਂ ਨੂੰ ਹਰ ਰੋਜ਼ ਦੀ ਤਰ੍ਹਾਂ ਸਤਸੰਗ ਘੜੀਆਂ ਪ੍ਰਾਪਤ ਹੋਈਆਂ ਹਨ। ਵਡਭਾਗੀ ਹਰ ਸੰਗਤ ਪਾਵੈ। ਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੀ ਸੰਗਤ ਵੱਡੇ ਭਾਗਾਂ ਦੁਆਰਾ ਨਸੀਬ ਹੁੰਦੀ ਹੈ। ਜੋ ਸ਼ਾਮ ਦੀ ਗੁਰੂ ਮਹਾਰਾਜ ਦੇ ਦਰ ਘਰ ਦੀ ਮਰਿਆਦਾ ਹੈ ਕਿ ਇਤਿਹਾਸ ਦੀ ਕਥਾ ਦਾ ਸਮਾਂ ਹੈ। ਬਹੁਤ ਹੀ ਸਤਿਕਾਰਯੋਗ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਅੰਸ਼-ਬੰਸ਼ 12ਵੀਂ ਪੀੜ੍ਹੀ ਵਿੱਚੋਂ ਅਤੀ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਜੋ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਆਪਾਂ ਲੜੀਵਾਰ ਜੋ ਭਾਈ ਕਥਾ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਕੱਲ ਆਪਾਂ ਕੁਝ ਕਾਬਲ ਦਾ ਪ੍ਰਸੰਗ 49ਵੇਂ ਘਰ ਦਾ ਤੇ ਫਿਰ ਉਸ ਉਪਰੰਤ 50ਵੇਂ ਘਰ ਦਾ ਜੋ ਪ੍ਰਸੰਗ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਮਰਦਾਨੇ ਦੀ ਬੇਨਤੀ ਕਰਨ ਤੇ ਮੱਕੇ ਪਹੁੰਚੇ ਹਨ। ਗੁਰੂ ਸਾਹਿਬ ਕਹਿੰਦੇ ਚੰਗਾ ਮਰਦਾਨਿਆਂ ਵੀ ਜਾ ਭਾਈ ਦਰਸ਼ਨ ਕਰਿਆ ਤੂੰ ਵੇਖਿਆ। ਮੱਕਾ ਕਹਿੰਦਾ ਸੀ ਵੇਖਣਾ ਹੈ। ਜਦੋਂ ਅੱਗੇ ਗਿਆ ਮੁੱਖ ਦਰਵਾਜ਼ੇ ਤੇ ਮਜੌਰ ਬੈਠੇ ਹਨ। ਉਹ ਕਹਿੰਦੇ ਅੱਖਾਂ ਬੰਦ ਕਰਕੇ ਪੱਟੀ ਬੰਨ੍ਹ ਕੇ ਜਾਣਾ ਪਵੇਗਾ। ਭਾਈ ਮਰਦਾਨਾ ਮੁੜਿਆ ਆ ਕਹਿੰਦਾ ਮਹਾਰਾਜ ਵੀ ਉਹ ਤਾਂ ਇਸ ਤਰ੍ਹਾਂ ਪੱਟੀ ਬੰਨ੍ਹਦੇ ਨੇ, ਫਿਰ ਜਾਣ ਦਾ ਕੀ ਫਾਇਦਾ ਹੈ। ਮੈਂ ਤੇ ਵੇਖ ਕੇ ਆਉਣਾ ਹੈ। ਦਰਸ਼ਨ ਤਾਂ ਮੈਂ ਤੁਹਾਡੇ ਹੀ ਕਰੀ ਜਾਂਦਾ, ਪਰਮੇਸ਼ਰ ਸਰੂਪ ਹੋ ਤੁਸੀਂ। ਤੇ ਗੁਰੂ ਸਾਹਿਬ ਕਹਿੰਦੇ ਚੰਗਾ ਹੁਣ ਚਲਿਆ ਜਾ, ਹੁਣ ਤੈਨੂੰ ਕੋਈ ਦੇਖ ਨਹੀਂ ਸਕੇਗਾ। ਫਿਰ ਭਾਈ ਮਰਦਾਨਾ ਜਦੋਂ ਗਿਆ ਹੈ ਕਿਸੇ ਨੇ ਵੀ ਇਸ ਨੂੰ ਵੇਖਿਆ ਨਹੀਂ ਤੇ ਅੰਦਰ ਚਲਿਆ ਗਿਆ। ਜਾ ਕੇ ਕੀ ਵੇਖਦਾ, ਇੱਕ ਕਾਲਾ ਪੱਥਰ ਪਿਆ ਹੈ, ਹੋਰ ਕੁਝ ਨਹੀਂ। ਉਸਨੂੰ ਪੱਟੀ ਬੰਨ੍ਹ ਕੇ ਜੋ ਵੀ ਅੰਦਰ ਜਾਂਦਾ ਉਹ ਚਲੇ ਜਾਂਦੇ, ਨਮਸਕਾਰ ਕਰਕੇ ਮੁੜ ਆਉਂਦੇ ਹਨ। ਵਾਪਸ ਆ ਕੇ ਗੁਰੂ ਮਹਾਰਾਜ ਨੂੰ ਕਹਿਣ ਲੱਗਿਆ ਵੀ ਮਹਾਰਾਜ ਅੰਦਰ ਤਾਂ
ਇੱਕ ਪੱਥਰ ਪਿਆ ਹੈ। ਨਾਲੇ ਮੁਸਲਿਮ ਧਰਮ ਵਿੱਚ ਬੁੱਤ ਪ੍ਰਸਤੀ ਕਰਨੀ ਨਹੀਂ, ਇੱਥੇ ਪੱਥਰ ਨੂੰ ਮੱਥੇ ਟੇਕਦੇ ਐ। ਗੁਰੂ ਪਾਤਸ਼ਾਹ ਜੀ ਇਹ ਵੀ ਕਿਰਪਾ ਕਰੋ ਕਿ ਇਹ ਕੀ ਕਾਰਨ ਹੈ, ਸਾਪ ਜੀ ਦੱਸੋ। ਮਹਾਰਾਜ ਕਹਿੰਦੇ ਭਾਈ ਇਹ ਬਹੁਤ ਸਮਾਂ ਪਹਿਲਾਂ ਸਾਰਾ ਹਿੰਦੁਸਤਾਨ ਦਾ ਹਿੱਸਾ ਸੀ। ਜਦੋਂ ਮਹਾਭਾਰਤ ਦੀ ਜੰਗ ਹੋਈ ਹੈ ਉਸ ਸਮੇਂ ਇੱਥੋਂ ਜਿਹੜਾ ਰਾਜਾ ਸੀ ਫਿਰ ਉਹ ਛੱਡ ਕਰਕੇ ਇਲਾਕਾ ਚਲਿਆ ਗਿਆ, ਖਾਲੀ ਹੋ ਗਿਆ। ਤਾਂ ਜਿਹੜੇ ਯਵਨ ਰਾਜੇ ਸਨ ਯੂਨਾਨ ਆਦਿਕ ਦੇ, ਉਹਨਾਂ ਨੇ ਆ ਕੇ ਇਸ ਜਗ੍ਹਾ ਤੇ ਕਬਜ਼ੇ ਕਰ ਲਏ ਤੇ ਇਸ ਸ਼ਿਵ ਮੰਦਰ ਸੀ ਇੱਥੇ ਜਿਹਨੂੰ ਢਾਉਣ ਲੱਗੇ, ਢਾਇਆ ਤੇ ਅੱਗ ਲੱਗ ਗਈ। ਉਸ ਸਮੇਂ ਫਿਰ ਉਹ ਸੁਪਨਾ ਆਇਆ ਉਸਨੂੰ ਤੇ ਸੁਪਨੇ ਵਿੱਚ ਉਹਨੇ ਸਾਰੀ ਗੱਲ ਜਦੋਂ ਜਾਣੀ ਹੈ ਫਿਰ ਉਸਨੇ ਇਹ ਪ੍ਰਚਾਰ ਕਰ ਦਿੱਤਾ ਜਿਹੜਾ ਰਾਜਾ ਸੀ ਕਿ ਮੈਨੂੰ ਸੁਪਨਾ ਆਇਆ, ਖੁਦਾ ਨੇ ਕਿਹਾ ਇਹ ਮੇਰੇ ਪੈਗੰਬਰ ਦਾ ਥਾਂ ਹੈ। ਉਸ ਸਮੇਂ ਤੋਂ ਫਿਰ ਜਿਹੜਾ ਪੱਥਰ ਹੈ ਉਹ ਉਸ ਤਰ੍ਹਾਂ ਪਿਆ ਹੈ ਤੇ ਸਾਰੇ ਉਸ ਨੂੰ ਨਮਸਕਾਰ ਕਰਦੇ ਹਨ। ਗੁਰੂ ਪਾਤਸ਼ਾਹ ਮਹਾਰਾਜ ਫਿਰ ਉੱਠ ਕਰਕੇ ਮੱਕੇ ਦੇ ਨੇੜੇ ਆ ਗਏ ਹਨ ਤੇ ਉੱਥੇ ਮਹਾਰਾਜ ਜਦੋਂ ਲੇਟੇ ਐ, ਸਵੇਰ ਦੇ ਸਮੇਂ ਜੀਵਨ ਕਾਜੀ ਆਇਆ, ਪਹਿਰਾ ਰਹਿੰਦੀ ਵੇਖਿਆ। ਗੁਰੂ ਮਹਾਰਾਜ ਦੇ ਜਿਹੜੇ ਪਵਿੱਤਰ ਚਰਨ ਮੱਕੇ ਵੱਲ ਸਨ। ਉਹਨੇ ਪਹਿਲਾਂ ਲੱਤ ਮਾਰੀ, ਫੇਰ ਮਹਾਰਾਜ ਨੂੰ ਕਿਹਾ ਕਿ ਕੌਣ ਹੋ ਤੁਸੀਂ, ਭੁੱਲੇ ਭਟਕੇ, ਤੁਹਾਨੂੰ ਇਹ ਵੀ ਨਹੀਂ ਪਤਾ ਕਿ ਪੈਰ ਕਿੱਧਰ ਨੂੰ ਕਰਨੇ ਹਨ। ਗੁਰਮੁਖੋ ਇਹ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ ਸਿੱਖਿਆ ਹੈ ਤੇ ਕਿ ਖੁਦਾ ਤਾਂ ਸਾਰੇ ਪਾਸੇ, ਅਸਲ ਤਾਂ ਉਹਨਾਂ ਨੂੰ ਨਿਰਾਕਾਰ ਨਾਲ ਜੋੜਨਾ ਸੀ। ਪਰ ਜੋ ਕੋਈ ਵੀ ਧਰਮ ਸਥਾਨ ਹੁੰਦਾ ਆਪਣੀ ਭਾਵਨਾ ਹੁੰਦੀ ਹੈ। ਆਪਾਂ ਵੇਖੋ ਉਧਰ ਨੂੰ ਸਿਰ ਕਰਕੇ ਪੈਂਦੇ ਆ, ਗੁਰੂ ਮਹਾਰਾਜ ਦੇ ਘਰ-ਦਰ ਵਿੱਚ ਗੁਰੂ ਸਾਹਿਬ ਵੱਲੀ ਨੂੰ ਪੈਰ ਨਹੀਂ ਕਰਦੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਅਦਬ ਤੇ ਸਤਿਕਾਰ। ਇੱਕ ਨੂੰ ਕੋਈ ਇਸ ਗੱਲ ਤੋਂ, ਇਸ ਸਾਖੀ ਤੋਂ ਇਹ ਅੰਦਾਜ਼ਾ ਲਾਵੇ ਜਿੱਧਰ ਮਰਜੀ ਪੈਰ ਹੋ ਜਾਣ, ਉਹ ਤੇ ਨਿਰੰਕਾਰ ਹੈ ਆਪ। ਆਪਾਂ ਗੁਰਮੁਖੋ ਸਿੱਖ ਹੈ, ਉਹ ਗੁਰੂ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਜਦੋਂ ਇਹ ਕਿਹਾ, ਮਹਾਰਾਜ ਕਹਿੰਦੇ ਵੀ ਜੀਵਨ ਕਾਜੀ ਭਾਈ ਜਿੱਧਰ ਖੁਦਾ ਦਾ ਘਰ ਨਹੀਂ ਹੈ ਉਧਰ ਕਰ ਦੇ। ਉਹਨੇ ਟੰਗੋ ਪਕੜ ਘੜੀਸਿਆ, ਭਾਈ ਗੁਰਦਾਸ ਜੀ ਲਿਖਦੇ ਆ। ਮਹਾਰਾਜ ਦੇ ਚਰਨ ਫੜੇ ਤੇ ਜਿੱਧਰ ਨੂੰ ਕਰਦਾ ਹੈ ਮੱਕਾ ਉਧਰਲੇ ਪਾਸੇ ਹੀ ਦਿਸਦਾ ਹੈ। ਚਾਰੇ ਪਾਸੇ ਸਾਰਾ ਕੁਝ ਤੇ ਉਸ ਸਮੇਂ ਹੋਰ ਹਾਜੀ ਕਾਜੀ ਮੁਲਾਣੇ ਸਭ ਇਕੱਠੇ ਹੋ ਗਏ। ਦੇਖ ਕਰ ਹਾਜੀ ਉਹ ਕਾਜੀ ਤੇ ਮੁਲਾਨੇ ਸਾਰੇ ਤੋਬਾ ਤੋਬ ਕਰੈ ਰਰੈ ਕਿਆਮਤ ਦਿਨ ਆਏ ਹੈ। ਤੋਬਾ ਤੋਬਾ ਕਰਦੇ ਆ, ਕਹਿੰਦੇ ਤਾਂ ਕਿਆਮਤ ਦੇ ਦਿਨ ਆ ਗਏ। ਕਿਆਮਤ ਜਿਵੇਂ ਆਮ ਆਪਾਂ ਮਹਾਪਰਲੋਂ ਕਹਿ ਦਿੰਦੇ ਆ, ਮੁਸਲਮਾਨ ਕਿਆਮਤ ਕਹਿੰਦੇ ਨੇ, ਵੀ ਕਿਆਮਤ ਦਾ ਹੀ ਦਿਨ ਆ ਗਿਆ, ਮਹਾਪਰਲੋ ਦੇ ਹੀ ਦਿਨ ਆ ਗਏ ਨੇ, ਐਸਾ ਕਹਿ ਰਹੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਉਪਦੇਸ਼ ਸਿੱਖਿਆ ਦਿੰਦੇ ਆ। ਆਓ ਅੱਗੇ ਕਥਾ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਿਕਨ ਤੀਸ ਗੁਰ ਚਰਨ ਸਮ, ਕਾਬਾ ਸਾਰ ਪਛਾਨ। ਕਾਬਾ ਜਿਹੜਾ ਹੈ ਮਹਾਰਾਜ ਦੇ ਚਰਨਾਂ ਨਾਲ ਇਉਂ ਜੁੜ ਕੇ ਘੁੰਮ ਗਿਆ ਜਿਵੇਂ ਮਿਕਨਾ ਤੀਸ, ਜਿਹਨੂੰ ਆਮ ਆਪਾਂ ਚੁੰਬਕ ਕਹਿ ਦਿੰਦੇ ਹਾਂ। ਉਹ ਭਾਈ ਇਹ ਜਾਣੋ, ਕਵੀ ਜੀ ਕਹਿ ਰਹੇ ਆ, ਮਿਕਨ ਤੀਸ ਗੁਰ ਚਰਨ ਸਮ। ਗੁਰੂ ਦੇ ਜਿਹੜੇ ਚਰਨ ਨੇ ਮਿਕਨਾ ਤੀਸ ਚੁੰਬਕ ਦੇ ਵਾਂਗ। ਕਾਬਾ ਸਾਰ ਪਛਾਨ, ਸਾਰ ਲੋਹੇ ਨੂੰ ਕਹਿੰਦੇ ਆ ਕਿ ਕਾਬਾ ਲੋਹੇ ਵੱਤ ਜਾਣ ਲਓ। ਹਾਰਿਓ ਜੀਵਨ ਢੀਠ ਹੋਇ, ਛੋਡੇ ਚਰਨ ਮਹਾਨ। ਹੁਣ ਜਿੱਧਰ ਵੀ ਚਰਨ ਕਰਦਾ ਕਾਬਾ ਉਧਰ ਹੀ ਦਿਸਦਾ ਹੈ। ਮੱਕਾ ਤੇ ਕਾਬਾ, ਇਹ ਵੀ ਹੁਣ ਕਈਆਂ ਨੂੰ ਹੋਣਾ ਵੀ ਮੱਕੇ ਦੀ ਗੱਲ ਚੱਲਦੀ, ਕਾਬਾ ਵਿੱਚ ਕਿਵੇਂ ਆ ਗਿਆ। ਮੱਕਾ ਗੁਰਮੁਖੋ ਸ਼ਹਿਰ ਦਾ ਨਾਮ ਹੈ। ਕਾਬਾ ਜਿਹੜਾ ਹੈ
ਉੱਥੋਂ ਦਾ ਉਹ ਮੁੱਖ ਅਸਥਾਨ ਹੈ। ਮੱਕਾ ਤਾਂ ਜਿਵੇਂ ਵੱਡਾ ਮੁੱਖ ਸ਼ਹਿਰ ਹੋ ਗਿਆ, ਕਾਬਾ ਜਿਹੜਾ ਹੈ ਉਹ ਜਿਹੜੀ ਜਿਵੇਂ ਮਸੀਤ ਮੁੱਖ, ਉਹ ਜਿਹੜਾ ਹੈ ਉਸ ਨੂੰ ਕਿਹਾ ਜਾਂਦਾ ਹੈ। ਮਨ ਕਰ ਮੱਕਾ, ਇਹ ਭਾਈ, ਤੇ ਉਸ ਜਿਹੜੀ ਵਿੱਚ ਅੰਦਰ ਮਸੀਤ ਆ ਉਹਦਾ ਨਾਮ ਵੱਖਰਾ ਹੈ, ਕਿਬਲਾ, ਉਸ ਦਾ ਕਿਬਲਾ ਕਰ ਦੇਹੀ, ਤੇ ਇਉਂ ਇਹ ਨਾਮ ਹਨ। ਮਦੀਨਾ ਜਿਹੜਾ ਹੈ ਉਹ ਵੱਖਰਾ ਸ਼ਹਿਰ ਹੈ, ਮੱਕੇ ਤੋਂ ਵੱਖਰਾ ਹੈ। ਹਾਰਿਓ ਜੀਵਨ ਢੀਠ ਹੈ, ਛੋਡੇ ਚਰਨ ਮਹਾਨ। ਜੀਵਨ ਕਾਜੀ ਫਿਰ ਹੰਭ ਗਿਆ, ਹਾਰ ਕੇ ਢੀਠ ਜਿਹਾ ਹੋ ਗਿਆ, ਤੇ ਸਤਿਗੁਰੂ ਦੇ ਜੋ ਮਹਾਨ ਚਰਨ ਹਨ ਉਹ ਛੱਡ ਦਿੱਤੇ। ਸਵਈਆ ਭੁਨ ਸਾਰ ਭਈ ਇਮ ਤਾਹੇ ਸਮੈ। ਉਸ ਸਮੇਂ ਫਿਰ ਭਾਈ ਇਸ ਤਰ੍ਹਾਂ ਸਵੇਰ ਹੋ ਗਈ। ਤਹ ਆਵਤ ਭੇ ਪੋਨੇ ਔਰ ਮੁਲਾਨੇ। ਉੱਥੇ ਹੋਰ ਵੀ ਜਿਹੜੇ ਮੁਲਾਣੇ ਹਨ ਉਹ ਵੀ ਪਹੁੰਚ ਗਏ। ਪਿਖ ਧੌਲਰ ਆਨ ਸਥਾਨ ਭਇਓ। ਤੇ ਇਸ ਤਰ੍ਹਾਂ ਦੇਖਿਆ ਵੀ ਮੱਕਾ ਜਿਹੜਾ ਹੈ ਆਪਣੇ ਸਥਾਨ ਤੋਂ ਹੋਰ ਪਾਸੇ ਨੂੰ ਜਿਹੜਾ ਮੁੱਖ ਮਸੀਤ ਸੀ, ਪਿਖ ਧੌਲਰ ਆਨ ਸਥਾਨ ਸਾਰਾ ਵੱਖਰਾ ਘੁੰਮਿਆ ਪਿਆ ਹੋਇਆ ਪਿਆ ਹੈ। ਕਿਹ ਕਾਰਨ ਤੈ ਔਰ ਮਹਿ ਬਿਸਮਾਨੇ। ਕੀ ਕਾਰਨ ਹੋਇਆ? ਆਪਣੇ ਮਨ ਵਿੱਚ ਹਿਰਦੇ ਵਿੱਚ ਹੈਰਾਨ ਹੁੰਦੇ ਹਨ। ਮਿਲ ਬ੍ਰਿੰਦ ਭਏ ਇੱਕ ਠੌਰ ਜਬੈ। ਇਕੱਠੇ ਹੋ ਗਏ ਬਹੁਤ ਜਦੋਂ ਇੱਕ ਜਗ੍ਹਾ ਪਰ। ਤਬ ਜੀਵਨ ਆਏ ਕੈ ਬਾਕ ਬਖਾਨੇ। ਤਾਂ ਜੀਵਨ ਕਾਜੀ ਨੇ ਆ ਕੇ ਸਾਰੀ ਗੱਲ ਦੱਸੀ। ਇੱਕ ਫੱਕਰ ਰਹਿਨ ਕੁਸੈਨ ਕੀਏ। ਉਹ ਦੱਸਦਾ ਇਹ ਤਾਂ ਹੋਇਆ ਕਿ ਇੱਥੇ ਫੱਕਰ ਫਕੀਰ ਹੈ, ਉਹ ਰਾਤ ਨੂੰ ਸੁੱਤਾ ਹੋਇਆ ਸੀ। ਪੱਗ ਕਾਬੇ ਦਿਸ਼ਾ ਆਪਣੇ ਠਹਿਰਾਨੇ। ਤੇ ਉਹਨੇ ਕਾਬੇ ਵੱਲ ਨੂੰ ਆਪਣੇ ਜਿਹੜੇ ਪੈਰ ਹੈ ਉਹ ਪਸਾਰੇ ਸਨ। ਮੈਂ ਬਹੁ ਬਾਰ ਹਟਾਏ ਰਹਿਓ ਜਬ। ਜਦੋਂ ਮੈਂ ਬਹੁਤ ਵਾਰੀ ਹਟਾਉਂਦਾ ਰਿਹਾ, ਭਾਵ ਇਧਰ ਉਧਰ ਕਰਦਾ ਰਿਹਾ। ਨਾਹੇ ਹਟਾਏ ਗਹੇ ਪੱਗ ਦੋ। ਮੈਂ ਦੋਵੇਂ ਪੈਰ ਫੜੇ ਪਰ ਨਹੀਂ ਹਟਾਏ ਗਏ। ਜਿੱਧਰ ਨੂੰ ਕਰਦਾ ਸੀ ਉਧਰ ਹੀ ਮੱਕਾ ਜਿਹੜਾ ਹੈ ਕਾਬਾ ਉਸੇ ਪਾਸੇ ਦੀਂਦਾ ਸੀ। ਕੀਨ ਘਸੀਟਨ ਜੋਰ ਕੇ ਸੰਗ। ਕਹਿੰਦਾ ਮੈਂ ਬੜੇ ਜ਼ੋਰ ਦੇ ਨਾਲ ਜਿਹੜਾ ਹੈ ਉਹਨਾਂ ਦੇ ਪੈਰ ਫੜ ਕੇ ਘਸੀਟੇ। ਕਰੇ ਦਿਸ ਦੂਸਰੀ ਮੈਂ ਤਬ ਸੋ। ਤੇ ਮੈਂ ਦੂਜੇ ਪਾਸੇ ਨੂੰ ਉਸ ਸਮੇਂ ਉਹਨਾਂ ਦੇ ਪੈਰ ਕੀਤੇ। ਦੇਖਿਓ ਜਬੈ ਫਿਰ ਧੌਲਰ ਕੋ। ਜਦੋਂ ਫਿਰ ਮੈਂ ਇਸ ਧੌਲਰ ਸਥਾਨ ਨੂੰ ਫੇਰ ਵੇਖਿਆ, ਤੇ ਪੈਰ ਦਿਸ਼ਾ ਕੋ ਸਨਮੁਖ ਹੋ। ਇਹ ਫੇਰ ਉਹਨਾਂ ਦੇ ਪੈਰਾਂ ਵੱਲ ਹੀ ਸਾਹਮਣੇ ਉਧਰਲੇ ਪਾਸੇ ਉਸੇ ਦਿਸ਼ਾ ਵਿੱਚ ਸਾਹਮਣੇ ਹੋ ਗਿਆ। ਮੰਤਰ ਪ੍ਰਬੀਨ ਕੇ ਜੰਤਰ ਕੀਨ। ਕਹਿੰਦੇ ਉਹ ਬੜੇ ਮੰਤਰਾਂ ਦੇ ਪ੍ਰਬੀਨ ਚਤਰ ਸਿਆਣੇ, ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਮੰਤਰ ਜੰਤਰ ਕੀਤਾ ਹੈ। ਵਿਸਾਲ ਕਲਾ ਮੈਂ ਕਿਦੋ ਇਹੋ ਕੋ। ਜਾਂ ਫਿਰ ਇਹ ਕੋਈ ਬਹੁਤ ਵੱਡੀ ਕਰਾਮਾਤ ਵਾਲਾ ਕੋਈ ਹੈ। ਕਬਿਤ ਸੁਣ ਕੈ ਮੁਸਲਮਾਨ ਮਨ ਬਿਸਮਾਨੇ ਸਭ। ਇਹ ਸੁਣ ਕੇ ਸਾਰੇ ਮੁਸਲਮਾਨ ਮਨ ਵਿੱਚ ਹੈਰਾਨ ਹੋਏ। ਕਰਨਾ ਨਿਧਾਨ ਕੋ ਸਮੀਪ ਚਾਲੇ ਆਵਈ। ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਦੇ ਕੋਲ ਚੱਲ ਕੇ ਆ ਗਏ। ਪੀਰ ਜੇ ਮੁਲਾਨੇ ਕਾਜੀ ਪੱਖ ਮੈਂ ਸਿਆਨੇ ਹੁੱਤੇ। ਜਿਹੜੇ ਭਾਈ ਪੀਰ ਹੈ, ਮੁਲਾਣੇ ਹੈ, ਕਾਜੀ ਹੈ, ਉਹ ਬੜੇ ਆਪਣੇ ਪੱਖਪਾਤ ਦੇ ਵਿੱਚ ਸਿਆਣੇ ਚਤੁਰ। ਦੇਖ ਦੇਖ ਕਾਬੇ ਹੋਰ ਹਿਰਦੇ ਬਿਸਮਾਵਈ। ਤੇ ਕਾਬੇ ਵੱਲ ਨੂੰ ਵੇਖ ਵੇਖ ਕੇ ਆਪਣੇ ਅੰਦਰ ਮਨ ਵਿੱਚ ਹੈਰਾਨ ਹੁੰਦੇ ਹਨ। ਬੈਠੇ ਆਨ ਚਾਰੋ ਦਿਸ ਰੁਕਨ ਦੀਨ ਬੋਲਿਓ। ਬੈਠੋ ਆਨ ਚਾਰੋ ਦਿਸ ਰੁਕਨ ਦੀਨ ਬੋਲਿਓ ਤਬ।
ਜਦੋਂ ਆ ਕੇ ਚਾਰੇ ਪਾਸੇ ਬੈਠ ਗਏ, ਕੋ ਰੁਕਨਦੀਨ ਵੱਡਾ ਮੁੱਲਾ ਸੀ, ਉਹ ਕਹਿਣ ਲੱਗਿਆ, ਹਿੰਦੂ ਕੇ ਤੁਰਕ ਤੁਮ ਰਹੋ ਕੇ ਥਾਵਈ। ਪੁੱਛਦਾ ਵੀ ਤੁਸੀਂ ਹਿੰਦੂ ਹੋ ਜਾਂ ਤੁਰਕ ਹੋ, ਔਰ ਕਿਹੜੀ ਜਗ੍ਹਾ ਰਹਿੰਦੇ ਹੋ। ਰੀਤ ਨਾ ਮੁਸਲਮਾਨ ਕਾਬੇ ਦੇਸ ਪੈਰ ਕੀਨੇ। ਤੁਹਾਡੀ ਰੀਤੀ ਮਰਜ਼ਾਦਾ ਮੁਸਲਮਾਨਾਂ ਵਾਲੀ ਨਹੀਂ, ਤੁਸੀਂ ਕਾਬੇ ਵੱਲ ਨੂੰ ਪੈਰ ਕਰ ਲਏ ਹਨ। ਸੁਣਿਓ ਗੁਰੂ ਨਾਨਕ ਤਬ ਐਸ ਹੈ ਅਲਾਵਈ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਸੁਣਿਆ ਤਾਂ ਫਿਰ ਮਹਾਰਾਜ ਇਉਂ ਕਹਿ ਰਹੇ ਹਨ, ਦੋਹਰਾ ਨਹਿ ਹਿੰਦੂ ਨਹਿ ਤੁਰਕ ਹੈ, ਸਮਝ ਲਿਹੋ ਮਨ ਮਾਹੀ। ਮਹਾਰਾਜ ਕਹਿੰਦੇ, ਭਾਈ ਨਾ ਮੈਂ ਹਿੰਦੂ ਹਾਂ ਤੇ ਨਾ ਮੈਂ ਤੁਰਕ ਹਾਂ, ਇਹ ਗੱਲ ਤੁਸੀਂ ਮਨ ਵਿੱਚ ਸਮਝ ਲਓ। ਪੰਚ ਤਤ ਕੀ ਦੇਹ ਹੈ, ਨਾਨਕ ਰਾਖਿਓ ਨਾਹੀ। ਇਹ ਜਿਹੜੀ ਦੇਹੀ ਹੈ ਪੰਜ ਤੱਤਾਂ ਦੀ ਹੈ, ਤੇ ਇਸ ਦੇਹੀ ਦਾ ਨਾਂ ਨਾਨਕ ਰੱਖਿਆ ਹੈ। ਕਹਿ ਇਮਾਮ ਹੈ ਨਾਨਕਾ, ਕਲਮੇ ਬਿਨਾ ਨਿਵਾਜ। ਤੇ ਜਿਹੜਾ ਇਮਾਮ ਕਾਜੀ ਹੈ ਰੁਕਨਦੀਨ, ਉਹ ਕਹਿਣ ਲੱਗਿਆ ਹੈ, ਨਾਨਕ ਕਲਮਾ ਪੜੇ ਤੋਂ ਬਿਨਾ, ਨਵਾਜ ਗੁਜ਼ਾਰੇ ਤੋਂ ਬਿਨਾ, ਦਰਗਹ ਵਿੱਚ ਬਿਰੋਜੜੇ, ਸੁਨਤ ਰਹੇ ਨ ਲਾਜ। ਇਹ ਜਾਣ ਲੈ ਕਿ ਦਰਗਾਹ ਦੇ ਵਿੱਚ ਬੇਰੋਜੜੇ, ਰੋਜਿਆਂ ਤੋਂ ਬਿਨਾ ਦਰਗਾਹ 'ਚ ਥਾਂ ਨਹੀਂ ਮਿਲਦੀ। ਕਲਮਾਂ ਤੇ ਨਵਾਜ ਪੜੇ ਬਿਨਾ ਧਰਮ ਨਹੀਂ ਹੁੰਦਾ। ਸੁਨਤ ਰਹੇ ਨਾ ਲਾਜ, ਸੁਨਤ ਕੀਤੇ ਬਿਨਾ ਲੱਜਾ ਸ਼ਰਮ ਨਹੀਂ ਰਹਿੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਇਉਂ ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕਹੇ ਤਾਂ ਉਸ ਸਮੇਂ ਗੁਰੂ ਸਾਹਿਬ ਨੂੰ ਕਹਿਣ ਲੱਗੇ ਵੀ ਮਹਾਰਾਜ ਫਿਰ ਦੱਸੋ ਅਸਲ ਕੀ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਇੱਥੇ ਫਿਰ ਜਿਹੜਾ ਹੈ ਇਹ ਨਹਿ ਹਿੰਦੂ ਨਹਿ ਤੁਰਕ ਹੈ, ਇਹ ਗੁਰੂ ਸਾਹਿਬ ਹੀ ਕਹਿ ਰਹੇ ਹਨ। ਹਾਂ, ਸਮਝ ਲਿਓ ਮਨ ਮਾਹੇ, ਪੰਜ ਤਤ ਕੀ ਦੇਹ ਹੈ, ਨਾਨਕ ਰਾਖਿਓ ਨਾਹੀ। ਇਹ ਨਾ ਮੈਂ ਹਿੰਦੂ ਹੈ ਨਾ ਮੁਸਲਮਾਨ ਹਾਂ, ਪੰਜਾਂ ਤੱਤਾਂ ਦੀ ਇਹ ਦੇਹੀ ਹੈ, ਨਾਨਕ ਮੈਂ ਨਾਮ ਰੱਖਿਆ ਹੋਇਆ ਹੈ। ਕਹਿ ਇਮਾਮ ਹੈ ਨਾਨਕਾ, ਕਲਮੇ ਬਿਨਾ ਨਵਾਜ। ਤੇ ਇਉਂ ਇਮਾਮ ਕਹਿ ਇਮਾਮ ਹੈ ਨਾਨਕਾ, ਇਸ ਤਰ੍ਹਾਂ ਇਮਾਮ ਨੂੰ ਕਹਿੰਦੇ ਨੇ ਕਿ ਇਉਂ ਮੈਂ ਨਾਨਕ ਕਹਿ ਰਿਹਾ, ਕਲਮੇ ਬਿਨਾ ਨਵਾਜ, ਕਲਮੇ ਤੋਂ ਨਵਾਜ ਤੋਂ ਬਿਨਾ ਹਾਂ। ਦਰਗਾਹ ਵਿੱਚ ਬੇਰੋਜੜੇ, ਤੇ ਦਰਗਾਹ ਦੇ ਵਿੱਚ ਅਸੀਂ ਰੋਜਿਆਂ ਤੋਂ ਬਿਨਾ ਹਾਂ। ਸੁਨਤ ਰਹੇ ਨਾ ਲਾਜ, ਸੁਨਤ ਕਰੀਏ ਕੋਈ ਲੱਜਾ ਤਾਂ ਰਹਿੰਦੀ ਨਹੀਂ। ਫਿਰ ਗੁਰੂ ਮਹਾਰਾਜ ਕਹਿੰਦੇ ਨਾ ਅਸੀਂ ਸੁਨਤ ਕਰਦੇ ਹਾਂ। ਫਿਰ ਮਹਾਰਾਜ ਨੇ ਨਾਲ ਭਾਈ ਗੁਰਬਾਣੀ ਦਾ ਸ਼ਬਦ ਸ਼ਲੋਕ ਉਚਾਰਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਾਜ਼ੀਆਂ ਪ੍ਰਥਾਏ ਸਾਰਿਆਂ ਨੂੰ ਇਹ ਉਪਦੇਸ਼ ਦਿੰਦਿਆਂ ਹੋਇਆਂ, ਗਰੀਬ ਨਵਾਜ ਜੀ, ਕਿਉਂਕਿ ਸਾਰੇ ਸੰਸਾਰ ਨੂੰ ਸਤਿਗੁਰੂ ਜੀ ਉਪਦੇਸ਼ ਦਿੰਦੇ ਆ। ਕੋਈ ਕਾਜੀ ਹੈ, ਕੋਈ ਮਲਾਣਾ ਹੈ, ਕੋਈ ਵੀ ਹੈ। ਸ਼ਲੋਕ ਮਹੱਲਾ ਪਹਿਲਾ। ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ। ਮਿਹਰ ਮਸੀਤ, ਮਿਹਰ ਕਰਨੀ ਕਿਸੇ ਤੇ ਵੀ, ਦਇਆ ਕਰਨੀ, ਇਹ ਅਸਲ ਮਸੀਤ ਹੈ। ਆਪਣੇ ਆਪ ਤੇ ਵੀ, ਆਪਣੀ ਜੀਵ ਆਤਮਾ ਤੇ ਵੀ ਦਇਆ ਕਰ ਲੈਣੀ, ਇਹ ਵੀ, ਤੇ ਹੋਰ ਜੀਵਾਂ ਤੇ ਮਿਹਰ ਕਰਨੀ। ਮਿਹਰ ਮਸੀਤ ਸਿਦਕ ਮੁਸੱਲਾ, ਵਾਹਿਗੁਰੂ ਜੀ ਤੇ ਸਿਦਕ ਰੱਖਣਾ, ਭਰੋਸਾ ਰੱਖਣਾ, ਇਹ ਮੁਸੱਲਾ ਹੈ। ਉਹ ਹੇਠਾਂ ਜਿਵੇਂ ਬਸਤਰ ਜਾਂ ਛੋਟਾ ਜਿਹਾ ਵਸਾਉਂਦੇ ਆ ਜਦੋਂ ਨਵਾਜ਼ ਪੜ੍ਹਦੇ ਨੇ, ਤੇ ਉਹਨੂੰ ਮੁਸੱਲਾ ਕਹਿੰਦੇ ਆ। ਹੱਕ ਹਲਾਲ ਕੁਰਾਨ, ਹੱਕ ਹਲਾਲ ਦੀ ਕਮਾਈ ਕਰਨੀ, ਇਹ ਜਾਣ ਲਓ ਕਿ ਕੁਰਾਨ ਪੜ੍ਹਨਾ ਹੈ।
ਸੱਚ ਬੋਲਣਾ, ਹਲਾਲ ਖਾਣਾ, ਧਰਮ ਉਪਦੇਸ਼ ਗ੍ਰਹਿਣ ਕਰਨਾ, ਸੱਚਾ ਨਾਮ ਜਪਣਾ। ਇਹ ਭਾਈ ਕੁਰਾਨ ਪੜ੍ਹਨਾ ਹੈ। ਗੁਰੂ ਸਾਹਿਬ ਜੀ ਨੇ ਕਿਉਂ ਇਹ ਗੱਲ ਕਹੀ? ਕਿਉਂਕਿ ਜਿਹੜਾ ਮੁਸਲਮਾਨੀ ਮੱਤ ਹੈ, ਜਦੋਂ ਜੀਵ ਹੱਤਾ ਕਰਦਾ ਉਹ 2.5 ਛੁਰੀਆਂ ਫੇਰਦੇ ਆ, ਫਿਰ ਨਾਲ ਕਲਮਾ ਪੜ੍ਹਦੇ ਆ, ਬਿਸਮਿਲ੍ਲਾ ਰਹਿਮਾਨੁਲ ਰਹੀਮ, ਲਾ ਇਲਾਹਾ ਇল্লাল্লাਹ ਮੁਹੰਮਦ ਰਸੂਲ ਇল্লাল্লাਹ, ਇਸ ਤਰ੍ਹਾਂ ਪੜ੍ਹਦੇ। ਉਹਦਾ ਭਾਵ ਕੀ ਹੈ ਵੀ ਮੈਂ ਜਿਵੇਂ ਬਿਸਮਿਲ੍ਲਾ, ਮੈਂ ਰੱਬ ਦੇ ਨਾਮ ਨਾਲ ਸ਼ੁਰੂ ਕਰਦਾ। ਰਹਿਮਾਨੁਲ, ਇਹਦਾ ਭਾਵ ਹੈ ਜੋ ਰਹਿਮ ਦਿਲ ਰੱਖਣ ਵਾਲਾ ਹੈ, ਤੇ ਰਹੀਮ ਹੈ। ਲਾ ਇਲਾਹਾ, ਜੋ ਕਹੀਏ ਕਿ ਲਾ ਇਲਾਹਾ, ਬਿਨਾਂ ਕਹਿੰਦੇ ਜਿਹੜਾ ਹੈ ਅੱਲਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਮੁਹੰਮਦ ਰਸੂਲ ਇল্লাল্লাਹ, ਮੁਹੰਮਦ ਜਿਹੜਾ ਹੈ ਉਹ ਅੱਲਾ ਦਾ ਭੇਜਿਆ ਹੋਇਆ, ਉਹਦਾ ਰਸੂਲ ਹੈ। ਤੋ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਾਣ ਲੈ ਮਿਹਰ ਮਸੀਤ, ਸਦਕ ਮੁਸੱਲਾ ਹੱਕ, ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ। ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਉਪਦੇਸ਼ ਦਿੱਤਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਾਂ ਇਮਾਮ ਨੇ ਜਦੋਂ ਕਿਹਾ ਵੀ ਕਲਮਾ ਨਵਾਜ਼ ਪੜ੍ਹੇ ਬਿਨਾਂ ਮੁਸਲਮਾਨ ਨਹੀਂ ਹੁੰਦਾ, ਦਰਗਾਹ ਵਿੱਚ ਥਾਂ ਨਹੀਂ ਮਿਲਦੀ ਜੇ ਬੇਰੋਜੜਾ ਹੈ, ਰੋਜਾ ਨਹੀਂ ਰੱਖਦਾ, ਜੇ ਸੁਨਤ ਨਹੀਂ ਕਰਾਉਂਦਾ, ਲੱਜਾ ਨਹੀਂ ਰਹਿੰਦੀ। ਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਸਾਰਾ ਕਲਮਾ ਕੀ ਹੈ, ਨਵਾਜ਼ ਕੀ ਹੈ, ਇਹ ਉਪਦੇਸ਼ ਦਿੱਤਾ। ਇੱਥੇ ਦੋਵੇਂ ਹੀ ਅਰਥ ਜਿਹੜੇ ਹੈ ਉਹ ਹੁੰਦੇ ਨੇ ਸਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ। ਮਹਾਰਾਜ ਕਹਿੰਦੇ ਅਸਲ ਵਿੱਚ ਸੁਨਤ ਹੈ ਵਿਸ਼ਿਆਂ ਵਿਕਾਰਾਂ ਵੱਲੋਂ ਸ਼ਰਮ ਕਰਨੀ, ਤੇ ਸੀਲ ਰੋਜਾ, ਸੀਲ ਜਿਹੜਾ ਹੈ ਭਾਵ ਨਰਮ ਨਿਮਰਤਾ, ਇਹ ਸੁਭਾਅ ਧਾਰਨ ਕਰਨਾ, ਇਹ ਰੋਜੇ ਹਨ। ਹੋ ਮੁਸਲਮਾਨ। ਹੁਣ ਜਿਹੜਾ ਰੋਜਾ ਹੈ ਉਹ ਵੀ ਇੱਕ ਤਰ੍ਹਾਂ ਦਾ ਵਰਤ ਹੀ ਹੈ। ਆ ਕਈ ਵਾਰ ਐਸਾ ਹੁੰਦਾ ਹੈ, ਕਈ ਜਦੋਂ ਹੁੰਦਾ ਗੁਰਮਤਿ ਦਾ ਜਿਹੜਾ ਪ੍ਰਚਾਰ ਆ ਉਹਦੇ ਪੱਖ ਦੋਨੇ ਹੈ। ਮੰਨ ਲਓ ਜਦੋਂ ਵਰਤ ਰੱਖਦੇ ਨੇ ਕੋਈ ਕਰੂਏ ਜਾਂ ਹੋਰ, ਉਦੋਂ ਤਾਂ ਕਈ ਪ੍ਰਚਾਰਕ ਹੈ ਜਿਹੜੇ ਉਦੋਂ ਤਾਂ ਬੋਲ ਦਿੰਦੇ ਆ ਵੀ ਆ ਜੀ ਵਰਤ ਪਖੰਡ ਹੈ, ਤੇ ਜਦੋਂ ਰੋਜੇ ਹੋਣਗੇ ਉਦੋਂ ਵਧਾਈਆਂ ਦੇਈ ਜਾਣਗੇ ਮੁਸਲਮਾਨਾਂ ਨੂੰ, ਰੋਜਿਆਂ ਦੀਆਂ ਵਧਾਈਆਂ। ਵੀ ਕੀ ਗੱਲ, ਹੁਣ ਤੁਹਾਡੀ ਜ਼ੁਬਾਨ ਨੂੰ ਤਾਲੇ ਲੱਗ ਗਏ, ਹੁਣ ਵੀ ਕਹੋ ਵੀ ਇਹ ਵੀ ਤਾਂ ਵਰਤੀ ਹੈ ਰੋਜਾ, ਉਹ ਵੀ ਪਖੰਡੀ ਹੈ ਫਿਰ। ਪਰ ਇਹ ਜਿਹੜਾ ਹੈ ਨਾ, ਕਿਉਂਕਿ ਉਹ ਸਮਝਦੇ ਨੇ ਵੀ ਇਹਦਾ ਸਾਡੇ ਭਰਾ ਨੇ, ਤੇ ਇੱਕ ਪਾਸੇ ਐਵੇਂ ਦੁਸ਼ਮਣੀ ਬੰਨੀ ਜਾਣੀ ਹੈ। ਇੱਥੇ ਜਿਹੜਾ ਕੋਈ ਹੁਣ ਕਿਸੇ ਦਾ ਧਰਮ ਕਹਿੰਦਾ ਹੈ ਵਰਤ ਰੱਖੋ, ਰੱਖਣ ਉਹਨਾਂ ਲਈ ਹੋਊ, ਕਿਸੇ ਦਾ ਧਰਮ ਰੋਜਿਆਂ ਨੂੰ ਕਹਿੰਦਾ, ਪਰ ਗੁਰਮਤਿ ਤਾਂ ਨਾ ਰੋਜੇ ਨੂੰ ਪ੍ਰਵਾਨ ਕਰਦੀ ਹੈ ਨਾ ਵਰਤਾਂ ਨੂੰ ਕਰਦੀ ਹੈ। ਇਸ ਕਰਕੇ ਆਪਾਂ ਤਾਂ ਆਪਣੇ ਸਿੱਖ ਮਾਈ ਭਾਈ ਨੂੰ ਬੇਨਤੀ ਕਰਨੀ ਹੁੰਦੀ ਹੈ ਵੀ ਭਾਈ ਆਪਣਾ ਇਹ ਧਰਮ ਨਹੀਂ ਹੈ, ਆਪਾਂ ਨੂੰ ਗੁਰੂ ਨੇ ਇਹ ਨਹੀਂ ਉਪਦੇਸ਼ ਦਿੱਤਾ। ਰੋਜਾ ਹੈ ਉਹ ਮੁਸਲਮਾਨਾਂ ਲਈ ਹੋਊਗਾ, ਉਹ ਰੱਖਣ ਜੀ ਸਦਕੇ। ਵਰਤ ਹੈ ਹਾਂ, ਜੇ ਹਿੰਦੂਆਂ ਦੇ ਗ੍ਰੰਥਾਂ ਵਿੱਚ ਉਹਨਾਂ ਨੂੰ ਕਿਹਾ ਵੀ ਰੱਖਣੇ ਚੰਗੇ ਹੁੰਦੇ, ਰੱਖ ਲੈਣ, ਆਪਾਂ ਨੂੰ ਕੀ ਇਤਰਾਜ਼ ਹੈ ਜੇ ਉਹਨਾਂ ਦੇ ਧਰਮ ਗ੍ਰੰਥ ਕਹਿੰਦੇ ਆ। ਪਰ ਆਪਾਂ ਜਿਸ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਮੱਥਾ ਟੇਕਦੇ ਆ, ਆਪਣੇ ਗੁਰੂ ਗ੍ਰੰਥ ਸਾਹਿਬ ਤਾਂ ਮਨਾ ਕਰਦੇ ਆ ਵੀ ਇਹ ਪਖੰਡ ਹੈ। ਤੇ ਸਾਰਿਆਂ ਨੂੰ ਹੀ ਆਪਣੇ ਧਰਮ ਉਪਦੇਸ਼ ਦੇ ਮੁਤਾਬਕ ਚੱਲਣਾ। ਸਿੱਖ ਉਹੀ ਹੈ ਜਿਹੜਾ ਆਪਣੇ ਗੁਰੂਆਂ ਦੇ ਦਿੱਤੇ ਉਪਦੇਸ਼ ਮੁਤਾਬਕ ਚੱਲੇ। ਇਹ ਨਹੀਂ ਹੁੰਦਾ ਵੀ ਜੋ ਆਪਦੀ ਮਨ ਦੀ ਮਰਜ਼ੀ ਆ ਉਹ ਕਰ ਲਈ ਤੇ ਠੀਕ ਹੈ ਵੀ ਹਾਂ ਜੀ ਮੰਨਦੇ ਆ ਜੀ ਅਸੀਂ, ਮੱਥਾ ਟੇਕਦੇ ਆ। ਨਹੀਂ ਭਾਈ, ਜੋ ਗੁਰੂ ਨੇ, ਜਿਸ ਨੂੰ ਆਪਾਂ ਗੁਰੂ ਧਾਰਨ ਕੀਤਾ ਹੋਇਆ ਹੈ ਜਾਂ ਜਿਹਦੇ ਆਪਾਂ ਸਿੱਖ ਖਵਾਉਂਦੇ ਆ, ਉਹਦਾ ਉਪਦੇਸ਼ ਜੋ ਆਪਣੇ ਲਈ ਆਪਾਂ ਉਹ ਮੰਨ ਕੇ ਚੱਲਣਾ ਹੈ। ਸਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ। ਕਹਿੰਦੇ ਸੀਲ ਰੂਪੀ ਭਾਵ ਨਰਮ ਸੁਭਾਅ ਰੂਪੀ ਰੋਜਾ ਇਸ ਤਰ੍ਹਾਂ ਭਾਈ ਜਿਹੜਾ ਹੈ ਮੁਸਲਮਾਨ ਹੋਵੋ। ਇਹ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ। ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ। ਜਿਹੜੀ ਸ਼ੁਭ ਕਰਮੀ ਕਰਨੀ ਹੈ, ਭਗਤੀ ਕਮਾਈ ਕਰਨੀ, ਇਹੋ ਹੀ ਜਾਣੋ ਕਾਬਾ ਹੈ। ਸੱਚ ਪੀਰ, ਸੱਚ ਬੋਲਣਾ, ਸੱਚੇ ਵਾਹਿਗੁਰੂ ਪਰਮਾਤਮਾ ਨਾਲ ਜੁੜਨਾ, ਸੱਚਾ ਵਾਹਿਗੁਰੂ ਹੀ ਜਾਣੋ ਪੀਰ ਹੈ।
ਕਲਮਾ ਕਰਮ ਨਿਵਾਜ, ਸ਼ੁਭ ਕਰਮ ਨਿਸ਼ਕਾਮ ਕਰਮ ਕਰਨੇ, ਇਹ ਜਾਣੋ ਕਲਮਾ ਪੜ੍ਹਨੀ ਹੈ। ਨਿਮਰਤਾ ਰੱਖਣੀ, ਇਹ ਨਮਾਜ਼ ਹੈ। ਕਿਉਂਕਿ ਜਦੋਂ ਨਮਾਜ਼ ਪੜ੍ਹਦੇ ਵਾਰ-ਵਾਰ ਸਿਰ ਨਮਾਉਂਦੇ ਹਨ, ਧਰਤੀ ਨੂੰ ਸਿਰ ਲਾ ਕੇ ਸਜਦਾ ਕਰਦੇ ਹੈ। ਮਹਾਰਾਜ ਕਹਿੰਦੇ ਮਨ ਦਾ ਨਿਵਣਾ ਨਮਾਜ਼ ਪੜ੍ਹਨੀ ਹੈ। ਹੁਣ ਆਪਾਂ ਵੀ ਮਹਾਰਾਜ ਨੂੰ ਤਾਂ ਮੱਥਾ ਟੇਕਦੇ ਆ, ਸਿਰ ਨਵਾਉਂਦੇ ਆ, ਤੇ ਕਿਉਂ ਇਹ ਕਹੇ ਵੀ ਦੇਖੋ ਜੀ ਉਹਨਾਂ ਨੂੰ ਤਾਂ ਕਹਿਤਾ ਵੀ ਸਿਰ ਨਵਾਉਣਾ ਤਾਂ ਮਨ ਨੂੰ ਨਿਵਾਓ, ਆਪਾਂ ਨੂੰ ਵੀ ਮਹਾਰਾਜ ਨੇ ਕਿਹਾ। ਮਹਾਰਾਜ ਕਹਿੰਦੇ ਵੀ ਜੇ ਭਾਈ ਗੁਰੂ ਦਾ ਬਚਨ ਨਹੀਂ ਨਾ ਤੂੰ ਮੰਨਦਾ ਤਾਂ ਫਿਰ ਆਸਾ ਦੀ ਵਾਰ ਪੜ੍ਹਦੇ ਸੁਣਦੇ ਹਾਂ। ਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਬਚਨ ਕੇ ਸੀਸ ਨਿਵਾਇਆ ਕਿਆ ਥੀਆ ਜਾਂ ਹਿਰਦੈ ਕੁਸੁੱਧੇ ਜਾਏ। ਜੇ ਭਾਈ ਜਿਹੜਾ ਹਿਰਦਾ ਹੀ ਕੁਸ਼ੁੱਧ ਹੈ, ਉਹਦੀ ਮੈਲ ਹੀ ਨਹੀਂ ਦੂਰ ਕਰਦਾ, ਗੁਰੂ ਦਾ ਉਪਦੇਸ਼ ਧਾਰਦਾ ਨਹੀਂ, ਫਿਰ ਸੀਸ ਨਵਾਏ ਦਾ ਕੋਇਆ ਆਸਰਾ। ਮਹਾਰਾਜ ਜੀ ਉਹ ਬਚਨ ਹਨ। ਕਲਮਾ ਕਰਮ ਨਿਵਾਜ, ਤਸ ਵੀ ਸਾ ਤਿਸ ਭਾਵ ਸੀ, ਨਾਨਕ ਰੱਖੈ ਲਾਜ। ਫਿਰ ਮਹਾਰਾਜ ਕਹਿੰਦੇ ਤਸਵੀ ਜਿਵੇਂ ਮਾਲਾ ਹੈ, ਤਸਵੀ ਮਾਲਾ ਉਸ ਵਾਹਿਗੁਰੂ ਪਰਮਾਤਮਾ ਨੂੰ ਭਾ ਜਾਈਏ। ਤਸਵੀ ਸਾ ਤਿਸ ਭਾਵ ਸੀ, ਕਿ ਉਹਨੂੰ ਭਾ ਜਾਵੇ ਫਿਰ ਇਹ ਸ਼ੁਭ ਹੈ। ਫਿਰ ਭਾਈ ਮਾਲਾ ਫੇਰੀ ਵੀ ਜਿਹੜੀ ਹੈ ਤਸਵੀ ਫੇਰੀ ਵੀ ਮਹਾਰਾਜ ਕਹਿੰਦੇ ਚੰਗੀ ਹੈ, ਉਸ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰ ਲਈਏ, ਉਹਨੂੰ ਭਾ ਜਾਈਏ। ਸ਼ਾਂਤੀ ਸੁਭਾਅ ਮੁਤਾਬਕ ਇਹ ਤਸਵੀ ਫੇਰਨੀ। ਨਾਨਕ ਰੱਖੈ ਲਾਜ, ਇਉਂ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਐਸੇ ਭਾਈ ਵਿਅਕਤੀ ਪ੍ਰਾਣੀ ਦੀ ਲੋਕ ਤੇ ਪ੍ਰਲੋਕ ਵਿੱਚ ਪਰਮੇਸ਼ਰ ਆਪ ਲੱਜਾ ਰੱਖਦਾ ਹੈ। ਦੋਹਰਾ ਕਹਿ ਰੁਕਨਲ ਹੇ ਨਾਨਕਾ, ਤੂੰ ਦਰਵੇਸ਼ ਮਹਾਨ। ਸੰਤ ਰੇਣ ਜੀ ਕਹਿੰਦੇ ਫਿਰ ਜਿਹੜਾ ਰੁਕਨਲ ਸੀ, ਰੁਕਨਦੀਨ ਕਾਜੀ ਮੁੱਲਾ, ਉਹ ਮਹਾਰਾਜ ਨੂੰ ਕਹਿੰਦਾ ਹੇ ਨਾਨਕ, ਇਹ ਜਦੋਂ ਉਪਦੇਸ਼ ਸੁਣਿਆ ਵੀ ਤੂੰ ਮਹਾਨ ਦਰਵੇਸ਼, ਵੱਡਾ ਦਰਵੇਸ਼ ਹੈ, ਕਰਮ ਨਿਵਾਜ ਬਤਾਓ ਆਬ, ਜਾਣੈ ਸਭ ਇਮਾਨ। ਹੁਣ ਮਹਾਰਾਜ ਜੀ ਫਿਰ ਨਿਵਾਜ ਦਾ ਵੀ ਕਰਮ ਸਾਨੂੰ ਦੱਸ ਦਿਓ, ਤਾਂ ਕਿ ਜਿੰਨੇ ਵੀ ਇੱਥੇ ਹਨ ਉਹ ਸਾਰੇ ਜਾਣ ਲੈਣ, ਤੇ ਕਿਰਪਾ ਕਰਕੇ ਇਹ ਨਵਾਜ਼ ਜਿਹੜੀ ਹੈ, 5 ਨਵਾਜ਼ਾਂ ਨੇ, ਜਿਵੇਂ 5 ਵਖਤਾਂ ਦੇ ਵਿੱਚ ਉਹ ਪੜ੍ਹਦੇ ਹਨ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੱਸਿਆ ਹੈ ਸਾਰਾ। ਗੁਰਮੁਖੋ ਸਤਿਗੁਰੂ ਪਾਤਸ਼ਾਹ ਨੇ ਸਾਰੀ ਕੁਝ ਆਪਣੇ ਤੇ ਕਿਰਪਾ ਕਰਕੇ ਦੇਖੋ ਸਾਰਾ 5 ਨਿਵਾਜਾ ਵਖਤ 5 ਪੰਜੇ ਨਾਉ। ਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਵੀ 5 ਜਿਹੜੀਆਂ ਨਿਵਾਜਾਂ ਹਨ ਇਹ ਸਾਨੂੰ ਦੱਸੀਆਂ ਕਿਹੜੀਆਂ ਕਿਹੜੀਆਂ ਪੜ੍ਹਨੀਆਂ। ਤੇ ਇਹ ਹੁਣ ਭਾਵ ਹੈ ਕਿ ਇੱਥੇ ਦੇ ਤਾਂ ਮੁਸਲਮਾਨਾਂ ਨੂੰ ਉਪਦੇਸ਼ ਦੇ ਰਹੇ ਆ, ਆਪਾਂ ਹੁਣ ਸਾਡੇ ਲਈ ਜੋ ਮਹਾਰਾਜ ਨੇ ਕਿਰਪਾ ਕੀਤੀ ਹੈ, ਆਪਾਂ ਉਹ ਗੁਰਮੁਖੋ ਜਿਹੜਾ ਹੈ ਗੁਰੂ ਪਾਤਸ਼ਾਹ ਮਹਾਰਾਜ ਦਾ ਓਟ ਆਸਰਾ ਲੈ ਕਰਕੇ ਤੇ ਇਹ ਆਪਾਂ ਸਾਰੀ ਜਿਹੜੀ ਹੈ ਬਾਣੀ ਪੜ੍ਹਦੇ ਹਾਂ। ਰੁਕਨਦੀਨ ਕਾਜੀ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਕਿਰਪਾ ਕੀਤੀ ਤੁਸੀਂ, ਜਿੱਥੇ ਇਹ ਸਾਨੂੰ ਦੱਸਿਆ ਕਿ ਕਿਹੜਾ ਮਿਹਰ, ਕਿਹੜੀ ਮਸੀਤ ਕਿਹੜੀ ਹੈ, ਮਿਹਰ ਜਿਹੜੀ ਦਇਆ ਅੰਦਰ ਧਾਰ ਲੈਣੀ, ਮਿਹਰ ਮਸੀਤ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਿਦਕ ਮੁਸੱਲਾ, ਵੀ ਵਾਹਿਗੁਰੂ ਪਰਮੇਸ਼ਰ ਤੇ ਸਿਦਕ ਰੱਖਣਾ, ਇਹ ਮੁਸੱਲਾ ਧਾਰਨਾ ਹੈ। ਤੇ ਇਹ ਸਾਰਾ ਕੁਝ ਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਅੱਗੇ ਵੀ ਸਾਰਾ ਦੱਸਿਆ ਨਾ, ਜਿਵੇਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮ ਤਾਂ ਭਰੇ। ਇਦੋਂ ਅਗਲਾ ਜਿਹੜਾ ਸ਼ਲੋਕ ਹੈ ਉਹ ਇਹ ਹੈ, ਜਾਂ ਮੁਰਦਾਰ ਨਾ ਖਾਏ, ਗੱਲੀ ਭਿਸਤ ਨਾ ਜਾਈਏ, ਛੁੱਟੈ ਸੱਚ ਕਮਾਏ, ਮਾਰਨ ਪਾਹੇ ਹਰਾਮ ਮੈਂ ਹੋਏ, ਹਲਾਲ ਨਾ ਜਾਏ, ਨਾਨਕ ਗੱਲੀ ਕੂੜੇ ਕੂੜੋ ਪੱਲੇ ਪਾਏ। ਫਿਰ ਅੱਗੇ ਜਦੋਂ ਕਾਜੀ ਕਹੇ ਮਹਾਰਾਜ ਨਵਾਜ਼ਾਂ ਬਾਰੇ ਵੀ ਕਿਰਪਾ ਕਰਕੇ, ਹੁਣ ਤੁਸੀਂ ਮਹਾਨ ਦਰਵੇਸ਼ ਹੋ, ਕਰਮ ਨਵਾਜ ਬਤਾਓ ਅਬ ਜਾਣੈ ਸਭ ਈਮਾਨ, ਸਾਰੇ ਈਮਾਨ ਜਾਣ ਲੈਣ
ਨਵਾਜ ਦਾ ਵੀ ਕਰਮ ਕੀ ਆ ਉਹ ਵੀ ਕਿਰਪਾ ਕਰਕੇ ਦੱਸ ਦਿਓ। ਮਹੱਲਾ ਪਹਿਲਾ। ਇਹ ਗੁਰਬਾਣੀ ਵਿੱਚ ਫਿਰ ਇਹ ਸ਼ਲੋਕ ਹੈ ਮਹਾਰਾਜ ਦਾ, ਸੰਤ ਰੇਣ ਜੀ ਉਹ ਦੇ ਰਹੇ ਹਨ। ਪੰਜ ਨਿਵਾਜਾ ਵਖਤ ਪੰਜ, ਪੰਜਾ ਪੰਜੇ ਨਾਉ। ਮਹਾਰਾਜ ਕਹਿੰਦੇ ਭਾਈ ਤੁਹਾਡੀਆਂ ਪੰਜ ਨਿਵਾਜਾਂ ਨੇ ਤੇ ਉਹਦੇ ਵਕਤ ਸਮਾਂ ਵੀ ਵੱਖਰੇ ਵੱਖਰੇ ਪੰਜ ਹਨ ਤੇ ਉਹਨਾਂ ਨਿਵਾਜਾਂ ਦੇ ਨਾਂ ਵੀ ਪੰਜ ਹੈ ਕਾਜੀ। ਹੁਣ ਤੈਨੂੰ ਅਸੀਂ ਗੁਰਮਤਿ ਦੇ ਮੁਤਾਬਕ ਅੰਤਰੀਵ ਨਿਵਾਜ ਦੱਸਦੇ ਹਾਂ। ਨਿਵਾਜ ਜਿਹੜੇ ਹੈ ਪੜ੍ਹਨੀ, ਇਹਦੇ ਵੱਖ-ਵੱਖ ਜਿਹੜੇ ਹੈ ਮੁਸਲਮਾਨਾਂ ਦੇ ਵਿੱਚ ਇਹ ਮਰਜ਼ਾਦਾ ਹੈ ਆਪਣੀ। ਨਮਾਜ਼ ਸਲਾਤ, ਨਮਾਜ਼ ਇਸਲਾਮ ਦਾ ਦੂਜਾ ਅਸੂਲ ਹੈ। ਕੁਰਾਨ ਦੇ ਵਿੱਚ ਭਾਵੇਂ ਪੰਜ ਵੇਲੇ ਮੁਕਰਰ ਨਹੀਂ ਕੀਤੇ ਗਏ, ਪਰ ਸੁਨਨਤ ਤੇ ਹਦੀਸਾਂ ਇਹ ਉਹਨਾਂ ਦੇ ਲੇਖ ਹੈ। ਉਹਦੇ ਮੁਤਾਬਕ ਜਿਹੜਾ ਮੁਸਲਮਾਨ ਹੈ ਉਹਨੂੰ ਪੰਜ ਨਮਾਜ਼ਾਂ ਪੜ੍ਹਨਾ ਜ਼ਰੂਰੀ ਹੈ। ਤੇ ਇਉਂ ਇਸ ਤਰ੍ਹਾਂ ਇੱਕ ਗ੍ਰੰਥ ਵਿੱਚ ਲਿਖਿਆ, ਫਰ ਜ਼ੋਹਰ ਅਸਰ ਮਗਰ ਪੰਚਮ ਇਸ਼ਾ ਨਵਾਜ਼। ਪੰਜ ਨਵਾਜ਼ਾਂ ਵਕਤ ਪੰਜ, ਪੜ੍ਹੇ ਬਿਨ ਸਰੇ ਨਾ ਕਾਜ। ਇੱਕ ਤਾਂ ਸਲਾਤ ਲਫ਼ਜ਼ਰ ਨਵਾਜੇ ਸੁਬਹ, ਵੀ ਪੌ ਫੁੱਟਣ ਤੋਂ ਲੈ ਕੇ ਸੂਰਜ ਚੜ੍ਹਨ ਦੇ ਸਮੇਂ ਤੱਕ ਉਹਨੇ ਇੱਕ ਸਮੇਂ 'ਚ ਨਵਾਜ਼ ਜਿਹੜੀ ਆ ਉਹ ਪੜ੍ਹਦੇ ਆ। ਇਹਨੂੰ ਉਹ ਕਹਿੰਦੇ ਨੇ ਵੀ ਅਸੀਂ ਬਾਬੇ ਆਦਮ ਦੀ ਨੇ ਇਹ ਪੜ੍ਹੀ ਸੀ। ਫਿਰ ਹੈਗਾ ਸਲਾਤ ਜ਼ੋਹਰ, ਇਹ ਨਮਾਜ਼ੇ ਪਸੀਨੇ, ਜਦੋਂ ਸੂਰਜ ਢਲਦਾ ਉਸ ਵੇਲੇ ਦੀ ਨਮਾਜ਼ ਹੈ। ਇਹ ਮੁਸਲਮਾਨ ਕਹਿੰਦੇ ਇਬਰਾਹੀਮ ਪੈਗੰਬਰ ਹੋਇਆ ਉਹਨੇ ਪੜ੍ਹੀ ਸੀ। ਇੱਕ ਸਲਾਤ ਲਾਇਸਰ, ਨਮਾਜ਼ੇ ਦੀਗਰ, ਤੀਜੇ ਪਹਿਰ ਦੀ ਨਮਾਜ਼ ਹੈ, 4 ਘੜੀ ਦਿਨ ਰਹਿੰਦਾ ਹੈ। ਉਸ ਸਮੇਂ ਇਹ ਉਹ ਕਹਿੰਦੇ ਨੇ ਵੀ ਯੂਨਸ ਨੇ ਪੜ੍ਹੀ ਸੀ। ਇੱਕ ਸਲਾਤੁਲ ਮਗਰਿਬ, ਨਮਾਜ਼ੇ ਸ਼ਾਮ, ਸੂਰਜ ਜਦੋਂ ਛਿਪ ਜਾਂਦਾ ਉਸ ਸਮੇਂ ਤੋਂ ਲੈ ਕੇ ਅਸਮਾਨ ਦੀ ਜਿਹੜੀ ਸੁਰਖੀ ਜੀ ਹੈ, ਕਿਉਂਕਿ ਥੋੜਾ ਟਾਈਮ ਹੀ ਲੱਗਦਾ ਨਮਾਜ਼ ਪੜ੍ਹਦੇ, ਉਹ ਮਿਟ ਜਾਣ ਤੱਕ, ਉਹ ਮੁਸਲਮਾਨ ਕਹਿੰਦੇ ਈਸਾ ਨੇ ਪੜ੍ਹੀ ਸੀ। ਇੱਕ ਸਲਾਤ ਲੈਸਾ, ਇਹਨੂੰ ਨਮਾਜ਼ੇ ਖੁਫਤਨ ਕਹਿੰਦੇ, ਸੌਣ ਵੇਲੇ ਦੀ, 4 ਘੜੀ ਰਾਤ ਗਈ, ਮੂਸੇ ਪੈਗੰਬਰ ਨੇ ਇਹਨੂੰ ਪੜ੍ਹਿਆ ਸੀ। ਤੇ ਗੁਰੂ ਪਾਤਸ਼ਾਹ ਕਹਿੰਦੇ ਤੁਹਾਡੀਆਂ ਪੰਜ ਨਵਾਜ਼ਾਂ, ਪੰਜ ਹੀ ਵਕਤ ਹੈ, ਪੰਜਾਂ ਪੰਜੇ ਨਾਮ। ਉਹਨਾਂ ਪੰਜਾਂ ਨਵਾਜ਼ਾਂ ਦੇ ਪੰਜ ਵੱਖਰੇ ਵੱਖਰੇ ਨਾਮ ਨੇ। ਹੁਣ ਸਤਿਗੁਰੂ ਜੀ ਗੁਰਮਤਿ ਦੱਸਦੇ ਨੇ ਕਿ ਕਿਵੇਂ ਹਨ ਇਹ ਪੰਜ ਨਵਾਜ਼ਾਂ, ਜਾਣ ਲੈ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ। ਨਵਾਜ਼ ਦਾ ਪਹਿਲਾ ਵਕਤ ਹੈ ਸੱਚ ਬੋਲਣਾ, ਇਹ ਜਾਣ ਲੈ ਵੀ ਪਹਿਲੀ ਨਵਾਜ਼ ਹੈ। ਹਲਾਲ ਦੋਏ, ਦੂਜਾ ਹਲਾਲ, ਆਪਣੇ ਹੱਕ ਧਰਮ ਦੀ ਕਮਾਈ ਕਰਕੇ ਛਕਣਾ, ਇਹ ਤੇਰੀ ਦੂਜੀ ਨਵਾਜ਼ ਹੈ। ਤੀਜਾ ਖੈਰ ਖੁਦਾਏ, ਤੀਜਾ ਭਾਈ ਖੁਦਾ ਪਰਮੇਸ਼ਰ ਕੋਲੋਂ ਖੈਰ ਮੰਗਣੀ, ਭਲਾ ਮੰਗਣਾ, ਖੁਦਾ ਦੇ ਨਾਮ ਤੇ ਖਰੈਤ, ਖੁਦਾ ਦੇ ਨਾਮ ਤੇ ਦਾਨ ਕਰਨਾ, ਇਹ ਜਾਣ ਲੈ ਤੀਜੀ ਹੈ। ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਮਹਾਰਾਜ ਕਹਿੰਦੇ ਕਾਜੀ ਚੌਥੀ ਭਾਈ ਨਵਾਜ਼ ਹੈ ਮਨ ਦੀ ਜਿਹੜੀ ਨੀਅਤ ਹੈ। ਚੌਥੀ ਨੀਅਤ ਰਾਸ ਮਨ, ਉਹ ਨੀਅਤ ਰਾਸ ਰੱਖਣੀ, ਸੱਚੀ ਸਾਫ਼ ਰੱਖਣੀ, ਬੁੱਧ ਸਾਫ਼ ਰੱਖਣੀ, ਮਨ ਦੇ ਵਿੱਚ ਪਾਪ ਨਹੀਂ ਰੱਖਣੇ ਹਨ। ਪੰਜਵੀਂ ਸਿਫਤ ਸੁਨਾਏ, ਤੇ ਪੰਜਵੀਂ ਹੈ ਸਿਫਤ, ਪਰਮਾਤਮਾ ਜੋ ਸਲਾਹੁਣ ਯੋਗ ਵਾਹਿਗੁਰੂ ਉਹਦੀ ਸਿਫਤ ਕਰਨੀ। ਇਉਂ ਇਹ ਅੰਤਰੀਵ ਪੰਜ ਨਵਾਜ਼ਾਂ ਹਨ। ਕਰਨੀ ਕਲਮਾ ਆਖ ਕੈ ਤਾ ਮੁਸਲਮਾਨ ਸਦਾਏ। ਇਹ ਨਵਾਜ਼ ਦੇ ਨਾਲ ਫਿਰ ਭਗਤੀ ਰੂਪੀ ਕਰਨੀ ਕਮਾਈ। ਇਸ ਤਰ੍ਹਾਂ ਇਹ ਕਲਮਾ ਕਹਿ ਕੇ ਫਿਰ ਭਾਈ ਜਾਣੇ ਕਿ ਸੱਚਾ ਮੁਸਲਮਾਨ ਸਦਾ ਸਕਦਾ ਹੈ। ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ। ਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾਂ ਦੇ ਅੰਦਰ ਇਹ ਗੁਣ ਹੈ ਨਹੀਂ, ਉਹ ਜਿੰਨੇ ਵੀ ਹੈ ਫਿਰ ਜਾਣੋ ਗੁਣਾਂ ਤੋਂ ਹੀਣੇ ਕੂੜਿਆਰ ਨੇ, ਝੂਠੇ ਪੁਰਸ਼ ਹੈ ਤੇ ਝੂਠਿਆਂ ਦੀਆਂ ਫਿਰ ਕੂੜਾ ਕੂੜੀ ਪਾਏ। ਉਹਨਾਂ ਦੀ ਝੂਠਿਆਂ ਦੀ ਝੂਠੀ ਹੀ ਪੱਤ ਇੱਜ਼ਤ ਹੈ। ਝੂਠੇ ਕਹਿੰਦੇ ਫਿਰ ਭਾਈ ਨਰਕਾਂ 'ਚ ਹੀ ਪਾਏ ਜਾਂਦੇ ਨੇ। ਕੂੜਾ ਕੂੜੀ ਝੂਠੀ ਥਾਂ ਤੇ ਹੀ, ਭਾਵ ਨਰਕ ਥਾਂ ਪਰ ਹੀ ਉਹਨਾਂ ਨੂੰ ਪਾਇਆ ਜਾਂਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ
ਇਹ ਕਿਰਪਾ ਕਰਕੇ ਉਪਦੇਸ਼ ਦਿੱਤਾ ਦੋਹਰਾ। ਹੁਣ ਅੱਗੇ ਸੰਤ ਰੇਣ ਜੀ ਬਚਨ ਕਰਦੇ ਹਨ। ਸੁਣ ਕਰ ਉੱਚੇ ਬਚਨ ਕੋ ਬੂਝਣ ਲੱਗੇ ਇਮਾਮ। ਇਹ ਸੁਣ ਕਰਕੇ ਵੀ ਬਹੁਤ ਉੱਚੇ ਬਚਨ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤੇ, ਤਾਂ ਜਿਹੜੇ ਇਮਾਮ ਹੈ ਹਾਜੀ ਕਾਜੀ ਜਿੰਨੇ ਉਹ ਪੁੱਛਣ ਲੱਗੇ, ਹਿੰਦੂ ਵੱਡਾ ਕੇ ਤੁਰਕ ਹੈ ਕਰੀਏ ਆਮ ਬਖਾਮ। ਕਹਿਣ ਲੱਗੇ ਵੀ ਹੁਣ ਇਹ ਦੱਸੋ, ਕਥਨ ਕਰੋ ਆਮ ਬਖਾਨ, ਆਪ ਤੁਸੀਂ ਬਖਿਆਨ ਕਰੋ, ਹਿੰਦੂ ਵੱਡਾ ਹੈ ਕਿ ਤੁਰਕ ਵੱਡਾ ਹੈ। ਕਲਾ ਦਿਖਾਈ ਵੱਡੀ ਤੈ ਪੂਰਬ ਕਿਨਹੋ ਨਾ ਕੀਨ। ਕਿਉਂਕਿ ਐ ਨਾਨਕ ਫਕੀਰ ਤੂੰ ਬਹੁਤ ਵੱਡੀ ਕਲਾ ਦਿਖਾਤੀ, ਸ਼ਕਤੀ। ਪਹਿਲਾਂ ਅੱਜ ਤੱਕ ਇਹ ਕੰਮ ਕਿਸੇ ਨੇ ਨਹੀਂ ਕੀਤਾ ਵੀ ਕਿਸੇ ਨੇ ਮੱਕਾ ਫੇਰਿਆ ਹੋਵੇ। ਚਰਨ ਸੰਗ ਮੱਕਾ ਫਿਰਿਓ ਮਹਿਮਾ ਜਾਨੀ ਪੀਨ। ਤੁਹਾਡੇ ਚਰਨਾਂ ਦੇ ਨਾਲ ਹੀ ਮੱਕਾ ਫਿਰ ਗਿਆ। ਅਸੀਂ ਇਹ ਤੁਹਾਡੀ ਪੀਨ ਕਹੀਏ ਵੱਡੀ ਤਕੜੀ, ਇਹ ਮਹਿਮਾ ਨੂੰ ਜਾਣ ਲਿਆ ਹੈ। ਕਬਿਤ ਐਸੇ ਸੁਨ ਬੈਨ ਬੋਲੇ ਗੁਰੂ ਗੁਣ ਐਨ ਤਬ। ਇਸ ਤਰ੍ਹਾਂ ਦੇ ਬਚਨ ਸੁਣ ਕਰਕੇ ਗੁਰੂ ਮਹਾਰਾਜ ਗੁਣਾਂ ਦੇ ਘਰ ਸਤਿਗੁਰੂ ਜੀ ਫਿਰ ਕਹਿਣ ਲੱਗੇ, ਪੰਚ ਤਤ ਸਾਜੇ ਸਭ ਦੇਹ ਇੱਕ ਸਾਰਹੀ। ਪੁੱਛਿਆ ਵੀ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ। ਭਾਈ ਗੁਰਦਾਸ ਜੀ ਵੀ ਲਿਖਦੇ ਨੇ ਨਾ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ। ਗੁਰੂ ਸਾਹਿਬ ਇੱਥੇ ਸੰਤ ਰੇਣ ਜੀ ਇਤਿਹਾਸ ਪੱਖ ਲਿਖਦੇ, ਭਾਈ ਮਹਾਰਾਜ ਜੀ ਕਹਿੰਦੇ ਪੰਜ ਤਤ ਸਾਜੇ ਸਭ ਦੇਹ ਇੱਕ ਸਾਰਹੀ। ਕਹਿੰਦੇ ਸਾਰਿਆਂ ਦੀਆਂ ਜਿੰਨੇ ਵੀ ਸਰੀਰ ਹੈ, ਚਾਹੇ ਉਹ ਹਿੰਦੂ ਦਾ ਹੈ ਚਾਹੇ ਉਹ ਮੁਸਲਮਾਨ ਦਾ ਹੈ, ਉਹ ਪੰਜਾਂ ਤੱਤਾਂ ਨਾਲ ਹੀ ਸਾਜੇ ਹੈ। ਇੱਕ ਸਾਰ ਹੀ ਪੰਜ ਤੱਤ ਨੇ। ਇਹ ਨਹੀਂ ਹੈ ਕਿਸੇ ਵਿੱਚ 4 ਲਾਤੇ ਕਿਸੇ 3 ਲਾਤੇ ਰੱਬ ਨੇ, ਨਹੀਂ। ਸਾਰੇ ਪੰਜਾਂ ਤੱਤਾਂ ਨਾਲ ਇੱਕ ਸਾਰ ਦੇਹਾਂ ਸਾਜੀਆਂ ਨੇ। ਨੈਣ ਕਾਨ ਨਾਸਕਾ ਬਦਨ ਕੀਨੇ ਏਕ ਹੂੰ ਸੇ। ਅੱਖਾਂ ਕੰਨ ਨਾਸਾਂ ਮੁੱਖ ਸਾਰੇ ਇੱਕੋ ਵਾਂਗ ਹੀ ਕੀਤੇ ਐ। ਉਹ ਠੀਕ ਹੈ ਵੀ ਜਿਹੜਾ ਇਹਨਾਂ ਨੈਣ ਨਕਸ਼ਾਂ ਦਾ ਥੋੜਾ ਥੋੜਾ ਰੂਪ ਦਾ ਫਰਕ ਹੈ, ਪਰ ਇਹ ਤਾਂ ਨਹੀਂ ਹੈ ਕਿਸੇ ਦੇ ਕੰਨ ਸਿਰ ਤੇ ਲਾਤੇ ਕਿਸੇ ਦੇ ਕਿਤੇ ਲਾਤੇ, ਨਹੀਂ। ਨੱਕ ਸਾਰਿਆਂ ਦੇ ਉੱਥੇ ਹੀ ਹੈ, ਕੋਈ ਕਿਸ ਤਰ੍ਹਾਂ ਦਾ, ਕੋਈ ਵੱਖਰਾ ਮਾੜਾ ਮੋਟਾ ਫਰਕ ਹੈ। ਅੱਖਾਂ ਉਵੇਂ ਹੀ ਲਾਈਆਂ, ਇਹ ਤਾਂ ਹੈ ਨਹੀਂ ਵੀ ਕਿਸੇ ਦੇ ਕਿਤੇ ਅੱਖ ਲੱਗ ਗਈ ਕਿਸੇ ਨਾਲ। ਵਾਹਿਗੁਰੂ ਪਰਮੇਸ਼ਰ ਨੇ ਇਸ ਤਰ੍ਹਾਂ ਇਹ ਜਿਹੜਾ ਹੈ ਨੈਣ ਕਾਨ ਨਾਸਕਾ ਬਦਨ ਕੀਨੇ ਏਕ ਹੂੰ ਸੇ, ਇੱਕ ਵਰਗੇ ਕੀਤੇ ਹਨ। ਕਿਰਿਆ ਸਮ ਭਈ ਹਾਥ ਪਾਵ ਕੇ ਮਝਾ ਰਹੀ। ਫਿਰ ਜਿਹੜੀ ਕਿਰਿਆ ਹੈ, ਜਿਹੜੇ ਗਿਆਨ ਜਾਂ ਕਰਮ ਇੰਦਰੀ ਉਹਨਾਂ ਦੀ ਕਿਰਿਆ ਵੀ ਇੱਕੋ ਬਰਾਬਰ ਹੈ। ਹੱਥ ਹੈ, ਪੈਰ ਹੈ, ਸਾਰਿਆਂ ਦੇ ਵਿੱਚ ਇੱਕੋ ਕਿਰਿਆ ਵੀ। ਪੈਰ ਹੈ ਜਿਹੜੇ ਤੁਰਨ ਵਾਸਤੇ ਨੇ, ਸਾਰੀ ਦੁਨੀਆ ਹੀ ਤੁਰਦੀ ਹੈ ਪੈਰਾਂ ਨਾਲ, ਤੇ ਹੱਥ ਜਿਹੜੇ ਆ ਉਹ ਖਾਣ ਪੀਣ ਨੂੰ ਜਾਂ ਕੰਮ ਕਰਨ ਵਾਸਤੇ ਹੈ। ਇਉਂ ਸਤਿਗੁਰੂ ਕਹਿੰਦੇ ਵਾਹਿਗੁਰੂ ਨੇ ਸਾਜੇ ਦੇਸਨ ਕੇ ਭੇਸ ਕੋ ਪ੍ਰਭਾਵ ਧਰ ਹਿਰਦੈ ਮਾਹੇ। ਹਾਂ, ਇਹ ਵੱਖ-ਵੱਖ ਦੇਸ਼ ਹੈ ਤੇ ਦੇਸ਼ਾਂ ਦੇ ਵੱਖ-ਵੱਖ ਭੇਸ ਨੇ। ਉਹਨਾਂ ਭੇਸਾਂ ਦਾ ਪ੍ਰਭਾਵ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਪੱਖਬਾਦ ਗਾਢੈ ਹੋਇ ਕੈ ਝਗੜੈ ਗਵਾ ਰਹੀ। ਫਿਰ ਦੁਨੀਆ ਪੱਖਵਾਦ ਕਰਦੀ ਹੈ, ਆਹ ਸਾਡਾ ਇਲਾਕੇ ਦਾ, ਆਹ ਬਗਾਨੇ ਦਾ, ਉਧਰ ਦਾ। ਇਸ ਤਰ੍ਹਾਂ ਬਹੁਤ ਹੁੰਦਾ ਨਾ, ਪੱਖਵਾਦ ਹੋ ਜਾਂਦਾ ਹੈ। ਕਹਿੰਦੇ ਬਹੁਤਾ ਦੁਨੀਆ ਭਾਈ ਪੱਖਵਾਦ ਵਿੱਚ ਹੋ ਕੇ ਝਗੜੇ ਕਰਦੇ ਆ। ਝਗੜਾ ਗਵਾਰ ਹੀ, ਮੂਰਖ ਲੋਕ ਐਵੇਂ ਇਹਨਾਂ ਗੱਲਾਂ ਪਿੱਛੇ ਹੀ ਝਗੜੀ ਜਾਂਦੇ ਹਨ। ਨਾਮ ਲਿਵ ਲਾਈ ਜਾ ਕੇ, ਨਾਮ ਲਿਵ ਲਾਈ ਜਾਹੇ ਅਧਿਕ ਵਡਾਈ ਤਾਹੇ। ਅਸਲ ਵਿੱਚ ਇਹ ਜਾਣ ਲੋ ਵੱਡਾ ਉਹ ਹੈ ਜਿਹਨੇ ਪਰਮੇਸ਼ਰ ਦੇ ਨਾਮ ਵਿੱਚ ਲਿਵ ਲਾ ਲਈ, ਬਿਰਤੀ ਲਾ ਲਈ। ਨਾਮ ਲਿਵ ਲਾਈ ਜਾਹੇ ਅਧਿਕ ਵਡਾਈ ਤਾਹੇ। ਕਹਿੰਦੇ ਉਸੇ ਦੀ ਵਡਿਆਈ ਵੱਧ ਹੈ, ਬਹੁਤੀ ਹੈ। ਜਾਨ ਕੈ ਸਰੂਪ ਨਿਜ ਉਧਰਹਿ ਸੰਸਾਰ ਹੀ। ਇਹ ਜਾਣ ਕਰਕੇ ਆਪਣੇ ਸਵੈ ਸਰੂਪ ਨੂੰ ਕਿ ਬ੍ਰਹਮ ਸਰੂਪ ਹੈ, ਸਾਡਾ ਸਵੈ ਸਰੂਪ ਸੱਚਿਤ ਆਨੰਦ ਵਾਹਿਗੁਰੂ ਪਰਮੇਸ਼ਰ ਹੈ।
ਇਹ ਜਾਣ ਕਰਕੇ ਭਾਈ ਸੰਸਾਰ ਤੋਂ ਫਿਰ ਜੀਵ ਤਰ ਜਾਂਦਾ ਹੈ। ਦੋਹਰਾ ਭਲੇ ਅਮਲ ਕੀਏ ਬਿਨਾ ਜਾਹੇ ਨਰਕ ਕੋ ਦੋਏ। ਮਹਾਰਾਜ ਕਹਿੰਦੇ ਹਾਜੀਓ ਕਾਜੀਓ, ਭਾਈ ਸ਼ੁਭ ਅਮਲ ਕੀਤਿਆਂ ਤੋਂ ਬਿਨਾ, ਚਾਹੇ ਕੋਈ ਤੁਰਕ ਹੈ ਚਾਹੇ ਕੋਈ ਹਿੰਦੂ ਹੈ, ਸ਼ੁਭ ਅਮਲ ਨਹੀਂ ਕਰੇਗਾ ਤਾਂ ਦੋਵੇਂ ਨਰਕਾਂ ਨੂੰ ਜਾਣਗੇ। ਤਿਸ ਸਾਚੀ ਦਰਗਾਹੇ ਮਹਿ ਅਮਲਨ ਲੇਖਾ ਹੋਏ। ਉਸ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਇਹ ਜਾਣ ਲੋ, ਜਿਹੜਾ ਲੇਖਾ ਹੋਣਾ ਉਹ ਅਮਲਾਂ ਤੇ ਹੋਣਾ। ਸ਼ੁਭ ਕਰਮਾਂ ਦੁਆਰਾ ਚੰਗੇ ਮਾੜੇ ਜੋ ਕਰਮ ਕੀਤੇ ਆ ਉਹਦੇ ਮੁਤਾਬਕ ਹੋਣਾ। ਉੱਥੇ ਥੋੜ੍ਹਾ ਪੁੱਛਣਾ ਤੂੰ ਤੁਰਕ ਸੀ ਕਿ ਹਿੰਦੂ ਸੀ, ਅਮਲ ਦੀ ਗੱਲ ਹੋਣੀ ਹੈ। ਤਾਂ ਤੇ ਸੰਗ ਸਦੀਵ ਜੇ ਕਰੋ ਸੋ ਕਰਮ ਸਪ੍ਰੀਤ। ਇਸ ਕਰਕੇ ਭਾਈ ਹਮੇਸ਼ਾ ਹੀ ਜਿਹੜਾ ਹੈ ਤਾਂ ਤੇ ਸੰਗ ਸਦੀਵ ਜੇ, ਮਹਾਰਾਜ ਕਹਿੰਦੇ ਹਮੇਸ਼ਾ ਹੀ ਉਸ ਭਾਈ ਸ਼ੁਭ ਸੰਗ ਕਰਕੇ ਸਤ ਸੰਗ ਕਰਨੀ। ਕਰੋ ਸੋ ਕਰਮ ਸਪ੍ਰੀਤ, ਜਿਹੜਾ ਸ਼ੁਭ ਕਰਮ ਹੈ ਪ੍ਰੇਮ ਪ੍ਰੀਤ ਨਾਲ ਕਰੋ। ਬਾਦ ਪਖ ਤਜ ਕੈ ਸਰਬ ਲਖੋ ਏਕ ਹਰ ਮੀਤ। ਜਿਹੜਾ ਪੱਖਵਾਦ ਹੈ ਇਹ ਸਾਰਾ ਛੱਡ ਦਿਓ। ਲਖੋ ਏਕ ਹਰ ਮੀਤ, ਸਾਰਿਆਂ ਵਿੱਚ ਜਾਣ ਲਓ ਵੀ ਹਰੀ ਰੂਪ ਮਿੱਤਰ ਜਿਹੜਾ ਹੈ ਉਹ ਸਾਰਿਆਂ ਦੇ ਵਿੱਚ ਹੀ ਵਸ ਰਿਹਾ ਹੈ। ਕਬਿਤ ਭ੍ਰਮ ਜਾ ਕੇ ਤਨ ਨਹੀਂ ਭਇਓ ਨਿਰਮਲ ਮਨ। ਭ੍ਰਮ ਜਾ ਕੇ ਤਨ ਨਹੀਂ ਭਇਓ ਨਿਰਮਲ ਮਨ। ਜਿਹਦੇ ਭਾਈ ਸਰੀਰ ਵਿੱਚ ਮਹਾਰਾਜ ਕਹਿੰਦੇ ਭਰਮ ਹੈ, ਜਿਹੜਾ ਭਰਮਾਂ 'ਚ ਪਿਆ ਹੋਇਆ ਤੇ ਉਹਦਾ ਜਾਣ ਲੋ ਫਿਰ ਮਨ ਜਿਹੜਾ ਹੈ ਪਵਿੱਤਰ ਨਹੀਂ ਹੋਇਆ। ਦਾਵੇ ਬੰਧੈ ਪੱਖ ਹੂੰ ਕੇ ਰਾਚਤ ਸੰਸਾਰ ਹੀ। ਤੇ ਉਹ ਆਪਣੇ ਭਾਈ ਪੱਖਵਾਦ ਦੇ ਦਾਅਵੇ ਬੰਨਦਾ ਹੈ ਸੰਸਾਰ ਦੇ ਉੱਤੇ। ਦੁਐਤ ਪੱਖਵਾਦੀ ਹੋ ਕਰਕੇ ਰਚਤ ਸੰਸਾਰ ਹੀ, ਹਾਂ ਆਪਣਾ ਸੰਸਾਰ ਰਚਦਾ ਹੈ। ਹਿੰਦੂ ਕੇ ਤੁਰਕ ਕੌਣ ਜਾਣਤ ਸਮਾਨ ਜੂਨ। ਜਿਹੜਾ ਹੁਣ ਰਚਿਆ ਸੰਸਾਰ ਵਾਹਿਗੁਰੂ ਨੇ, ਹਿੰਦੂ ਹੈ ਕਿ ਤੁਰਕ ਕੌਣ ਹੈ ਜਾਣਤ ਸਮਾਨ, ਜਿਹੜਾ ਕੋਈ ਭਾਈ ਬਰਾਬਰ ਹੀ ਜਾਣਦਾ ਹੈ। ਭ੍ਰਮ ਕੋ ਵਿਦਾਰ ਔਰ ਦੇਖੈ ਏਕ ਸਾਰ ਹੀ। ਆਪਣੇ ਅੰਦਰੋਂ ਭਰਮ ਨੂੰ ਦੂਰ ਕਰਕੇ ਮਨ ਹਿਰਦੇ ਤੋਂ ਸਭ ਨੂੰ ਇੱਕ ਸਾਰ ਵੇਖਦਾ ਹੈ। ਰਾਮ ਸੋ ਰਹੀਮ ਹੈ ਅੱਲਾਹ ਸੋ ਅਕਾਲ ਰੂਪ। ਕਹਿੰਦੇ ਉਹੀ ਰਾਮ ਹੈ, ਉਹੀ ਰਹੀਮ ਹੈ, ਉਹੀ ਅੱਲਾ ਤੇ ਉਹੀ ਅਕਾਲ ਹੈ। ਇਸੇ ਤਰ੍ਹਾਂ ਰਾਮ ਹੀ ਰਹੀਮ, ਅੱਲਾਹ ਸੋ ਅਕਾਲ ਰੂਪ। ਜਾਨੀਏ ਖੁਦਾਏ ਸੋ ਏਕ ਏਕੰਕਾਰ ਹੀ। ਇਹ ਜਾਣ ਲੋ ਜਿਹੜਾ ਖੁਦਾ ਹੈ ਉਹੀ ਇੱਕ ਓੰਕਾਰ ਅਕਾਲ ਪੁਰਖ ਇੱਕ ਪ੍ਰਮਾਤਮਾ ਹੀ ਹੈ। ਮੂੜ ਨਾ ਹੈ ਪਾਵੈ ਭੇਦ ਬਾਦ ਕੋ ਰਚਾਵੈ ਨਿਤ। ਪਰ ਜਿਹੜੇ ਮੂਰਖ ਨੇ ਮਹਾਰਾਜ ਕਹਿੰਦੇ ਉਹ ਇਸ ਭੇਦ ਨੂੰ ਨਹੀਂ ਜਾਣਦੇ, ਪਾਉਂਦੇ ਨਹੀਂ, ਸਗੋਂ ਰੋਜ਼ ਐਵੇਂ ਬੇਅਰਥ ਦੇ ਝਗੜੇ ਕਰਦੇ ਹਨ। ਪਾਏ ਦੁੱਖ ਭਾਰੀ ਜਾਏ ਨਰਕ ਮਝਾਰ ਹੀ। ਇਸ ਕਰਕੇ ਫਿਰ ਉਹ ਦੁੱਖ ਪਾਉਂਦੇ ਆ, ਵੱਡੇ ਦੁੱਖ ਪਾਉਂਦੇ ਆ, ਨਰਕਾਂ ਵਿੱਚ ਜਾਂਦੇ ਹਨ। ਐਸੇ ਸੁਨ ਬੈਨ ਗੁਰੂ ਨਾਨਕ ਕੋ ਨਿਵੇ ਸਭ। ਇਸ ਤਰ੍ਹਾਂ ਦੇ ਬਚਨ ਸੁਣ ਕੇ ਸਾਰੇ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਅੱਗੇ ਨਿਵੇ ਹਨ। ਐਂਚੇ ਜਿਉ ਪਨਾਚ ਕੋ ਧਨਖ ਨਿਵ ਜਾਤ ਹੈ। ਇਉਂ ਨੇ ਹੋ ਗਏ ਜਿਵੇਂ ਐਂਚੇ ਜਿਉ ਪਨਾਚ ਕੋ। ਐਂਚ ਕਹਿੰਦੇ ਨੇ ਖਿੱਚਣਾ, ਜਿਵੇਂ ਭਾਈ ਪਨਾਚ ਨਾਮ ਹੈ ਚਿੱਲੇ ਦਾ, ਜਦੋਂ ਚਿੱਲੇ ਨੂੰ ਖਿੱਚਦੇ ਨੇ ਜਿਵੇਂ ਧਨਖ ਹੈ, ਉਹ ਦੋਵੇਂ ਪਾਸਿਆਂ ਤੋਂ ਧਨੁਸ਼ ਨਿਵ ਜਾਂਦਾ ਹੈ। ਭਏ ਮਨ ਦੀਨ ਸੋ ਖੁਦਾਏ ਦੇਹ ਚੀਨ। ਇਉਂ ਉਹ ਮਨ ਵਿੱਚ ਨਿਮਾਣੇ ਹੋ ਕਰਕੇ, ਦੀਨ ਹੋ ਕੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਖੁਦਾ ਸਰੂਪ ਜਾਣ ਕੇ, ਪਦ ਬੰਧਨ ਕੋ ਕੀਨ ਜਬ ਦੇਖੀ ਕਰਾਮਾਤ ਹੈ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ
ਚਰਨਾਂ ਤੇ ਬੰਦਨਾ ਕਰਦਿਆ ਜਦੋਂ ਐਸੀ ਵੱਡੀ ਕਰਾਮਾਤ ਵੇਖੀ। ਸ੍ਰੀ ਗੁਰੂ ਤੇ ਕੌਸ਼ ਜਾਚੀ ਲੈ ਕੇ ਕਾਬਾ ਮਾਹੇ। ਸ੍ਰੀ ਗੁਰੂ ਤੇ ਕੌਸ਼ ਜਾਚੀ ਲੈ ਕੇ ਕਾਬਾ ਮਹਿ ਸਥਾਪੀ। ਕੌਸ਼ ਨਾਮ ਹੈ ਖੜਾਮ ਦਾ। ਭਾਈ ਗੁਰਦਾਸ ਜੀ ਲਿਖਦੇ ਨੇ, ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ। ਕੁਝ ਇੱਕ ਦੱਸਿਆ ਕਿ ਸਿਆਣੇ ਜਿਹੜੇ ਮੁਸਲਮਾਨ ਕੋਈ ਹੱਜ ਕਰਕੇ ਆਇਆ, ਉਹ ਪੁੱਛਿਆ ਸੱਜਣਾ ਨੇ ਵੀ ਇਹ ਗੱਲ ਸੱਚੀ ਹੈ ਕਿ ਉੱਥੇ ਤੁਸੀਂ ਉਸ ਜਿਹੜਾ ਹੈ ਖੜਾਮ ਨੂੰ ਨਮਸਕਾਰ ਕਰਦੇ ਹੋ ਪਈ ਹੈ। ਉਹ ਇਹ ਗੱਲ ਮੰਨੇ ਵੀ ਹਾਂ ਉੱਥੇ ਖੜਾਮ ਹੈਗੀ ਹੈ, ਤੇ ਉਹਨੂੰ ਉਸੇ ਤਰ੍ਹਾਂ ਸਤਿਕਾਰ ਨਾਲ ਰੱਖਿਆ, ਪਰ ਦਰਸ਼ਨ ਘੱਟ ਕਰਵਾਉਂਦੇ ਆ। ਪਰ ਹਜੇ ਵੀ ਉਹ ਪਈ ਹੈ ਉਵੇਂ ਮੱਕੇ ਵਿੱਚ। ਸ੍ਰੀ ਗੁਰੂ ਤੇ ਕੌਸ਼ ਜਾਚੀ ਲੈ ਕੇ ਕਾਬਾ ਮਹਿ ਸਥਾਪੀ। ਗੁਰੂ ਮਹਾਰਾਜ ਤੋਂ ਫਿਰ ਉਹਨਾਂ ਨਿਸ਼ਾਨੀ ਮੰਗੀ, ਮਹਾਰਾਜ ਕਿਰਪਾ ਕਰੋ ਆਪਣੀ ਖੜਾਮ ਦੇ ਦਿਓ। ਉਹ ਖੜਾਮ ਲੈ ਕੇ ਕਾਬੇ ਵਿੱਚ ਸਥਾਪਿਤ ਕਰ ਦਿੱਤੀ। ਆਬ ਲੋ ਸੁਹਾਵੈ ਹਾਜੀ ਪੂਜੈ ਸਿਰਨਾਥ ਹੈ। ਹੁਣ ਤੱਕ ਭਾਈ ਜਿੰਨੇ ਉਹ ਸੋਭਦੀ ਹੈ ਤੇ ਜਿੰਨੇ ਹੱਜ ਕਰਨ ਲੋਕ ਜਾਂਦੇ ਆ ਮੁਸਲਮਾਨ ਹਾਜੀ, ਸਾਰੇ ਉਸ ਨੂੰ ਸਿਰ ਨਵਾਉਂਦੇ ਹਨ। ਸੇਵੈ ਚਿਤ ਲਾਈ ਚੰਚਰੀਕ ਜਿਉ ਲੁਭਾਈ ਔਰ, ਤੇ ਚਿਤ ਲਾ ਕਰਕੇ ਸੇਵਾ ਕਰਦੇ ਨੇ। ਚੰਚਰੀਤ, ਚੰਚਰੀਕ ਜਿਹੜੀ ਭਾਵ ਚਰਨਾਂ ਦੀ ਖੜਾਮ ਹੈ, ਉਹਦੀ ਭਾਈ ਸੇਵਾ ਮਨ ਲਾ ਕੇ ਕਰਦੇ ਜਿਉ ਲੁਭਾਈ ਔਰ, ਜਿਵੇਂ ਉਹਨਾਂ ਦੇ ਹਿਰਦੇ ਨੂੰ ਮਨ ਨੂੰ ਲੁਭਾਏ ਮਾਨ ਕੀਤਾ। ਜਾਣੇ ਗਤ ਦਾਈ ਮੀਰ ਪੀਰ ਸਿਰ ਨਾਤ ਹੈ। ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ ਨਿਸ਼ਾਨੀ ਜਾਣਦੇ ਆ ਵੀ ਜੋ ਉਸ ਸਭ ਤੋਂ ਵੱਡੇ ਪੀਰ ਦੀ ਇਹ ਨਿਸ਼ਾਨੀ ਹੈ, ਜਿਹੜਾ ਮੁਕਤੀ ਦਾਤਾ ਪੀਰ ਹੈ, ਉਹ ਸਿਰ ਨਿਭਾਉਂਦੇ ਹਨ। ਦੋਹਰਾ ਬੀਤਿਓ ਕੇਤਕ ਕਾਲ ਜਬ ਕਹਤੇ ਮੱਕੇ ਥਾਨ। ਇੱਥੇ ਕਹਤੇ ਦੀ ਜਗ੍ਹਾ ਤੇ ਰਾਰਾ ਰਹਿਤੇ ਠੀਕ ਲੱਗਦਾ, ਰਹਿਤੇ ਮੱਕੇ ਥਾਨ। ਜਦੋਂ ਭਾਈ ਕੁਝ ਸਮਾਂ ਮੱਕੇ ਸਥਾਨ ਤੇ ਰਹਿੰਦੇ ਆ ਉੱਥੇ ਬੀਤ ਗਿਆ। ਮਰਦਾਨੇ ਸੋ ਬਚ ਕਹੇ ਅਸ ਬਿਦ ਸ੍ਰੀ ਗਤ ਦਾਨ। ਭਾਈ ਮਰਦਾਨੇ ਨੂੰ ਬਚਨ ਕਹੇ ਇਸ ਤਰ੍ਹਾਂ ਭਾਈ ਜੋ ਸੁਭਾਏਮਾਨ ਧੰਨ ਗੁਰੂ ਨਾਨਕ ਮੁਕਤੀ ਦਾਤਾ ਸਤਿਗੁਰੂ ਜੀ ਨੇ। ਸਵਈਆ ਚਲ ਬੇ ਚਿਤ ਚਾਹੇ ਚਲੋ ਤਿਤ ਕੋ। ਭਾਈ ਮਰਦਾਨਿਆ ਹੁਣ ਜਿੱਧਰ ਨੂੰ ਕੋਈ ਚਿੱਤ ਚਾਹੁੰਦਾ ਹੈ ਦੱਸ ਉਧਰ ਨੂੰ ਚੱਲੀਏ। ਸੁਣ ਬੋਲਤ ਭਾ ਗੁਰ ਸੋ ਮਰਦਾਨਾ। ਇਹ ਸੁਣ ਕੇ ਭਾਈ ਮਰਦਾਨਾ ਸਤਿਗੁਰੂ ਨੂੰ ਕਹਿੰਦਾ ਹੈ, ਜਹ ਥਾਨ ਮੈਂ ਗੋਰ ਮੁਹੰਮਦ ਹੈ। ਹੁਣ ਇਹ ਤਾਂ ਮੱਕਾ ਸੀ ਤੇ ਮਦੀਨਾ, ਮਦੀਨੇ ਮੁਹੰਮਦ ਸਾਹਿਬ ਦੀ ਕਬਰ ਹੈ। ਜਹ ਥਾਨ ਮੈਂ ਗੋਰ ਮੁਹੰਮਦ ਹੈ, ਕਹਿੰਦਾ ਮਹਾਰਾਜ ਮਦੀਨਾ ਜਿਹੜਾ ਸ਼ਹਿਰ ਹੈ ਜਿੱਥੇ ਮੁਹੰਮਦ ਸਾਹਿਬ ਦੀ ਕਬਰ ਹੈ। ਦਿਖ ਰਾਵ ਮੋਹੇ ਕੋ ਸੋ ਮਕਾਨਾ। ਉਹ ਮਕਾਨ ਸਥਾਨ ਵੀ ਮਹਾਰਾਜ ਹੁਣ ਮੈਨੂੰ ਦਿਖਾ ਦਿਓ। ਇਹੋ ਕਾਬੇ ਕੋ ਪਾਜ ਤੋ ਦੇਖ ਲਿਓ। ਇਹ ਕਾਬੇ ਦਾ ਪਾਜ ਪਖੰਡ ਤਾਂ ਮਹਾਰਾਜ ਮੈਂ ਹੁਣ ਦੇਖ ਲਿਆ ਹੈ। ਅਬ ਤਾਹੇ ਬਿਲੋਕਨ ਚਾਹੇ ਮਹਾਨਾ। ਹੁਣ ਉਹ ਜਿਹੜਾ ਹੈ ਮਹਾਰਾਜ ਉਸ ਜਗ੍ਹਾ ਨੂੰ ਮਦੀਨੇ ਨੂੰ ਵੇਖਣ ਦੀ ਮੇਰੇ ਮਨ ਵਿੱਚ ਬਹੁਤੀ ਚਾਹਨਾ ਹੈ। ਇਸ ਇਤ ਦੇਸ਼ ਆਏ ਅਬ ਦੇਖ ਚੱਲੇ। ਮਹਾਰਾਜ ਹੁਣ ਇਸ ਦੇਸ਼ ਵਿੱਚ ਆਏ ਹੋਏ ਆ, ਇਸ ਕਰਕੇ ਇਹ ਵੀ ਵੇਖ ਚੱਲੀਏ। ਤੁਮ ਕਾਮਨਾ ਪੂਰਨ ਹੋ ਗੁਣ ਖਾਨਾ। ਇਹ ਗੁਣਾਂ ਦੀ ਖਾਨ ਮਹਾਰਾਜ ਤੁਸੀਂ ਇੱਛਾਵਾਂ ਕਾਮਨਾ ਦੀ ਪੂਰਤੀ ਕਰਨ ਵਾਲੇ ਹੋ। ਇਹ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਹੈ। ਇੱਥੇ ਤੱਕ ਭਾਈ ਜੋ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਹੈ, ਪ੍ਰਥਮ ਮਹੱਲੇ ਪਹਿਲੇ ਮਹੱਲੇ ਦੇ ਮੱਕੇ ਪ੍ਰਸੰਗ ਵਰਣਨ, ਮੱਕੇ ਦਾ ਪ੍ਰਸੰਗ ਵਰਣਨ ਕੀਤਾ। ਨਾਮ 50ਵਾਂ ਮੰਦਰ ਹੈ, 50ਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ
ਅੱਗੇ 51ਵੇਂ ਘਰ ਦਾ ਜੋ ਪ੍ਰਸੰਗ ਉਹ ਦੱਸ ਰਹੇ ਨੇ ਮਦੀਨੇ ਦਾ। ਮਰਦਾਨੇ ਤੇਰੂ ਕਹਿਓ ਹਮ ਨਹਿ ਸਕੈ ਹਟਾਏ। ਮਹਾਰਾਜ ਕਹਿੰਦੇ ਭਾਈ ਮਰਦਾਨਿਆ ਤੇਰਾ ਕਿਹਾ ਹੋਇਆ ਅਸੀਂ ਮੋੜ ਨਹੀਂ ਸਕਦੇ। ਨਾਮ ਮਦੀਨਾ ਜਾਹੇ ਕੋ ਚਲੋ ਤੁਝੇ ਦਿਖਲਾਏ। ਚੱਲ ਭਾਈ ਜਿਹਦਾ ਨਾਂ ਮਦੀਨਾ ਹੈ ਉਹ ਵੀ ਤੈਨੂੰ ਜਾ ਕੇ ਦਿਖਾ ਦਿੰਦੇ ਹਾਂ। ਕਬਿਤ ਮੰਦ ਮੰਦ ਚੱਲੇ ਦਿਨ ਦੁਆਦਸ ਮਹਿ ਗਏ ਤਹਾਂ। ਹੁਣ ਸਤਿਗੁਰੂ ਦੀ ਮੌਜ ਹੈ, ਰਸਤੇ ਵਿੱਚ ਬੇਅੰਤ ਲੋਕਾਂ ਦਾ ਭਲਾ ਕਰਨਾ ਸੀ। ਮਹਾਰਾਜ ਹੌਲੀ ਹੌਲੀ ਚੱਲੇ, 12 ਦਿਨਾਂ ਦੇ ਵਿੱਚ ਉੱਥੇ ਪਹੁੰਚੇ ਹਨ। ਬੈਠੇ ਹੈ ਨਿਕਟ ਥਾਏ ਜਾਏ ਸੁਖ ਦਾਨਿਆ। ਤਾਂ ਨੇੜੇ ਜਾ ਕੇ ਉਸ ਮਦੀਨੇ ਸਥਾਨ ਦੇ ਬਹਿ ਗਏ ਸੁੱਖਾਂ ਦੇ ਦਾਤੇ ਸਤਿਗੁਰੂ ਜੀ। ਜਾਨੀਏ ਮਦੀਨਾ ਮਰਦਾਨੇ ਅਬ ਦੇਖ ਆਓ। ਮਹਾਰਾਜ ਕਹਿੰਦੇ ਭਾਈ ਮਰਦਾਨਿਆਂ ਨੂੰ ਮਦੀਨਾ ਕਹਿੰਦੇ ਆ। ਜਾ ਜਾ ਕੇ ਇਸ ਨੂੰ ਵੇਖ ਆ। ਦੇਖ ਬੇ ਕੀ ਚਾਹੇ ਜਾਂ ਕੁਰਦਾ ਲਲਚਾਨਿਆ। ਜਿਸ ਭਾਈ ਮਰਦਾਨੇ ਦਾ ਇਹ ਮਦੀਨੇ ਉਹ ਕਬਰ ਨੂੰ ਦੇਖਣ ਦਾ, ਉਹ ਸਥਾਨ ਨੂੰ ਦੇਖਣ ਦਾ ਵੀ ਹਿਰਦਾ ਲਲਚਾਇਆ ਹੈ। ਦੇਹੋਂਗੇ ਹਟਾਏ ਕੈਸੇ ਦੇਖੋ ਥਾਨ ਜਾਏ ਪ੍ਰਭ। ਇਉਂ ਕਹਿਣ ਲੱਗਿਆ ਦੇਹੋਂਗੇ ਹਟਾਏ ਕੈਸੇ। ਇਹ ਪਰਮੇਸ਼ਰ ਜੀ ਹੁਣ ਭਲਾ ਕਿਵੇਂ ਮੋੜ ਦੇਵੋਗੇ, ਮੈਂ ਜਾ ਕੇ ਸਥਾਨ ਵੇਖਦਾ। ਸੁਨ ਮੁਸਕਾਨੇ ਮੁਖ ਬਚਨ ਬਖਾਨਿਆ। ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦੇਹੋਂਗੇ ਹਟਾਏ ਕੈਸੇ ਦੇਖੋ ਥਾਨ ਜਾਏ। ਹਾਂ ਭਾਈ ਮਰਦਾਨੇ ਜੇ ਇੱਥੋਂ ਵੀ ਮੋੜਤਾ। ਫਿਰ ਭਾਈ ਮਰਦਾਨਾ ਕਹਿੰਦੇ ਮਹਾਰਾਜ ਜੀ ਮੈਨੂੰ ਇੱਥੋਂ ਵੀ ਮੋੜਤਾ, ਵੀ ਪਹਿਲਾਂ ਤਾਂ ਕਹਿ ਮੱਕੇ ਮੋੜਤਾ ਸੀ ਅੱਖਾਂ ਬੰਨ ਤਾਂ ਜਾਣ ਦੇਵਾਂਗੇ, ਫਿਰ ਮੈਂ ਕਿਵੇਂ ਦੇਖੂੰ। ਪ੍ਰਭ ਸੁਣ ਮੁਸਕਾਨੇ ਮੁਖ ਬਚਨ ਬਖਾਨਿਆ। ਤਾਂ ਗੁਰੂ ਸਾਹਿਬ ਜੀ ਸੁਣ ਕੇ ਹੱਸੇ ਤੇ ਮੁਖੋਂ ਬਚਨ ਕਿਹਾ। ਨੈਣ ਇਹਾਂ ਬੰਧੈ ਨਹੀਂ ਤੁਰਕ ਸਰੂਪ ਤੇਰੋ। ਭਾਈ ਮਰਦਾਨਿਆ ਇੱਥੇ ਨਹੀਂ ਅੱਖਾਂ ਬੰਨਦਾ ਕੋਈ, ਤੇ ਬਾਕੀ ਤੇਰਾ ਜਿਹੜਾ ਸਰੂਪ ਹੈ ਚਿਹਰੇ ਦਾ ਉਹ ਤੁਰਕਾਂ ਵਰਗਾ ਹੈ, ਕਿਉਂਕਿ ਮੁਸਲਮਾਨ ਘਰ ਦੇ ਵਿੱਚ ਹੀ ਪੈਦਾ ਹੋਏ ਨੇ। ਤੇਰਾ ਜਿਹੜਾ ਸਰੂਪ ਇਸ ਤਰ੍ਹਾਂ ਦਾ। ਵਰਜੈ ਨਾ ਕੋਉ ਬਿਨ ਸ਼ੰਕ ਹੈ ਪਿਆਨਿਆ। ਇਸ ਕਰਕੇ ਤੈਨੂੰ ਕੋਈ ਰੋਕੇਗਾ ਨਹੀਂ, ਤੂੰ ਬਿਨਾਂ ਸ਼ੰਕੇ ਦੇ ਚਲਿਆ ਜਾ। ਤੁਰਕ ਐਸੇ ਭੱਠ ਧਰੇ ਹਉ ਸਾਥੀ ਤਿਨਹੂ ਕੋ। ਤੁਰਕ ਐਸੇ ਭੱਠ ਧਰੇ, ਭੱਠ ਕਹੀਏ ਮੱਛਰੇ ਵੇ, ਕਹਿੰਦੇ ਤੁਰਕ ਤਾਂ ਇਉਂ ਮੱਛਰੇ ਪਏ ਐ। ਹਉ ਨਾ ਸਾਥੀ ਤਿਨਹੂ ਕੋ, ਕਹਿੰਦਾ ਮਹਾਰਾਜ ਮੈਂ ਨਹੀਂ ਉਹਨਾਂ ਦਾ ਸਾਥੀ ਹਾਂ। ਤੁਮਰੇ ਚਰਨ ਕੀ ਸ਼ਰਨ ਗਹਿ ਲੀਨੀ ਹੈ। ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ ਦੀ ਸ਼ਰਨ ਫੜ ਲਈ ਹੈ, ਹੁਣ ਮੈਂ ਤੁਹਾਡਾ, ਮੈਂ ਕਿੱਥੋਂ ਤੁਰਕਾਂ ਦਾ ਰਹਿ ਗਿਆ। ਸ੍ਰੀ ਗੁਰੂ ਬਖਾਨੀ ਜੇ ਤੈਂ ਐਸੇ ਦਿੜ ਜਾਨੀ ਮਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਮਰਦਾਨਿਆ ਜੇ ਤੂੰ ਇਸ ਤਰ੍ਹਾਂ ਹੀ ਮਨ ਵਿੱਚ ਦ੍ਰਿੜ ਜਾਣ ਲਿਆ, ਮੱਕੇ ਕੋ ਪਿਖਨ ਚਾਹੇ ਏਤੀ ਕੈਸੇ ਕੀਨੀ ਹੈ। ਫਿਰ ਇਹ ਦੱਸ ਵੀ ਮੱਕੇ ਨੂੰ ਦੇਖਣ ਦੀ ਤੂੰ ਇੰਨੀ ਚਾਹਨਾ ਕਿਉਂ ਕੀਤੀ। ਪੂਜਨੇ ਨਾ ਆਇਓ ਹੋਂ ਤੋ ਦੇਖਨੇ ਕੋ ਕਾਜ ਮੇਰੋ। ਕਹਿੰਦਾ ਮਹਾਰਾਜ ਵੀ ਮੈਂ ਕੋਈ ਪੂਜਣ ਥੋੜੋ ਆਇਆ, ਮੈਂ ਕੋਈ ਮੱਕੇ ਦਾ ਹੱਜ ਕਰਨ ਨਹੀਂ ਆਇਆ, ਕੋਈ ਜ਼ਿਆਰਤ ਕਰਨ ਨਹੀਂ ਆਇਆ। ਮੈਂ ਤਾਂ ਸਿਰਫ ਵੇਖਣਾ ਚਾਹੁੰਦਾ ਸੀ। ਮੈਂ ਸੁਣਦਾ ਸੀ ਪਹਿਲਾਂ ਤੋਂ, ਵੱਡਿਆਂ ਤੋਂ, ਪਿਓ ਦਾਦਿਆਂ ਤੋਂ, ਹੋਰ ਆਪਦੇ ਭਾਈਚਾਰੇ ਤੋਂ। ਇਸ ਕਰਕੇ ਇੱਧਰ ਆਏ ਸੀ, ਮਨ ਹੋਇਆ ਚਲੋ ਦੇਖ ਹੀ ਚੱਲੀਏ, ਬਾਕੀ ਮੈਂ ਕੋਈ ਪੂਜਣ ਨਹੀਂ ਆਇਆ ਹਾਂ। ਤੁਰਕ ਤਾਰੀਫ ਕਰੈ ਜਾਨੀ ਮਤ ਹੀਨੀ ਹੈ। ਕਿਉਂਕਿ ਜਿਹੜੇ ਤੁਰਕ ਸਨ ਉਹ ਬਹੁਤ ਤਾਰੀਫਾਂ ਕਰਦੇ ਹੋਏ ਸਨ ਦੀਆਂ ਸਥਾਨਾਂ ਦੀ। ਇਸ ਕਰਕੇ ਮੈਂ ਜਾਣ ਲਿਆ ਵੀ ਐਵੇਂ ਹੀਣੀ ਮੱਤ ਵਾਲੀ ਹੈ। ਐਸੇ ਕਹਿ ਗਇਓ ਜਾਏ ਦੇਖ ਤੋ ਸੋ ਭਇਓ। ਇਸ ਤਰ੍ਹਾਂ ਐਸੇ ਕਹਿ ਗਇਓ, ਇਸ ਤਰ੍ਹਾਂ ਕਹਿ ਕੇ ਚਲਿਆ ਗਿਆ। ਜਾਏ ਦੇਖ ਤੋ ਸੋ ਭਇਓ, ਤੇ ਦੇਖਣ ਲੱਗਿਆ ਸਾਰਾ ਕੁਝ ਮਦੀਨੇ। ਗੋਰ ਮੁਹੰਮਦ ਕੀ ਜਾਹੇ ਠੌਰ ਦੇਹ ਦਫਨੀਨੀ ਹੈ।
ਜਿੱਥੇ ਮੁਹੰਮਦ ਸਾਹਿਬ ਦੀ ਕਬਰ ਹੈ, ਜਿੱਥੇ ਉਹਨਾਂ ਦੇ ਸਰੀਰ ਨੂੰ ਦਫਨ ਕੀਤਾ ਸੀ, ਦੱਬਿਆ ਹੈ ਕਬਰ ਵਿੱਚ। ਦੋਹਰਾ ਬਹੁਰੂ ਸ੍ਰੀ ਗੁਰ ਆਪ ਉਠ ਪਹਿਰੇ ਕੋਸ਼ ਸੋ ਏਕ। ਫਿਰ ਗੁਰੂ ਸਾਹਿਬ ਜੀ ਆਪ ਉੱਠ ਪਏ ਤੇ ਇੱਕ ਖੜਾਮ ਮਹਾਰਾਜ ਦੇ ਪਹਿਨੀ ਹੋਈ ਹੈ ਚਰਨਾਂ ਵਿੱਚ। ਇੱਕ ਤਾਂ ਮੱਕੇ ਦੇ ਆਏ, ਜ਼ਿਆਰਤ ਅੰਦਰ ਜਾ ਬਰੇ ਦੈਬੇ ਮੁਲਨ ਵਿਵੇਕ। ਹੁਣ ਮਹਾਰਾਜ ਜ਼ਿਆਰਤ ਜਿੱਥੇ ਕਰਦੇ ਆ ਉਹ ਸਥਾਨ ਦੇ ਅੰਦਰ ਜਾ ਵੜੇ ਭਾਈ ਮੁਲਾਨਿਆਂ ਨੂੰ ਗਿਆਨ ਦੇਣ ਦੇ ਵਾਸਤੇ। ਖੁਤੇ ਮੁਲਾਨੇ ਬਹੁ ਜਹਾਂ ਬੈਠੇ ਕਰ ਹੀ ਸੇਵ। ਜਿੱਥੇ ਬਹੁਤ ਮੁਲਾਨੇ ਬੈਠੇ ਆ, ਮੁੱਲਾਂ ਬੈਠੇ ਸੇਵਾ ਕਰਦੇ ਆ, ਆਪਦੀ ਡਿਊਟੀਆਂ ਜਿਹੜੀਆਂ ਨੇ ਉਹ ਨਿਭਾ ਰਹੇ ਹਨ। ਸ੍ਰੀ ਨਾਨਕ ਕੋ ਦੇਖ ਕਰ ਬੋਲੇ ਲਖਿਓ ਨਾ ਭੇਵ। ਸ੍ਰੀ ਗੁਰੂ ਨਾਨਕ ਨੂੰ ਦੇਖ ਪਾਤਸ਼ਾਹ ਨੂੰ ਜੋ ਵੇਖਿਆ, ਭੇਦ ਨਹੀਂ ਜਾਣਿਆ ਮਹਾਰਾਜ ਦਾ, ਉਹਨਾਂ ਨੂੰ ਕੋਈ ਭੇਦ ਨਹੀਂ ਸੀ ਨਾ, ਇਸ ਕਰਕੇ ਬੋਲੇ ਹਨ, ਕਹਿਣ ਲੱਗੇ ਹਨ। ਕੋ ਹੈ ਪਹਿਰੇ ਕੋਸ਼ ਇੱਕ ਗੋਰ ਸਮੀਪਹਿ ਆਏ। ਆ ਕੌਣ ਹੈ? ਕਹਿੰਦੇ ਇੱਕ ਖੜਾਮ ਪਹਿਨੀ ਹੋਈ ਹੈ ਤੇ ਕਬਰ ਦੇ ਕੋਲ ਆ ਗਿਆ ਹੈ। ਮਤ ਤੇਰੀ ਅਨਜਾਨ ਹੈ ਜ਼ਿਆਰਤ ਰੀਤ ਨਾ ਪਾਏ। ਕਹਿਣ ਲੱਗੇ ਕੌਣ ਹੈ ਜਿਹੜਾ ਮਸੀਤ ਕੋਲ ਆ ਗਿਆ? ਤੇਰੀ ਮਤ ਅਣਜਾਣ, ਤੈਨੂੰ ਗਿਆਨ ਨਹੀਂ। ਇਹ ਜ਼ਿਆਰਤ ਕਿਵੇਂ ਕਰਨੀ ਹੈ, ਉਹਦੀ ਮਰਜ਼ਾਦਾ ਕੀ ਹੈ, ਰੀਤੀ ਕੀ ਹੈ, ਉਹ ਤੈਨੂੰ ਨਹੀਂ ਪਤਾ। ਅਦਬ ਮੁਹੰਮਦ ਨਾ ਕੀਆ ਇਹੋ ਰਸੂਲ ਮੁਕਾਮ। ਕਹਿੰਦੇ ਤੂੰ ਮੁਹੰਮਦ ਸਾਹਿਬ ਦਾ ਅਦਬ ਨਹੀਂ ਕੀਤਾ। ਕੌਣ ਹੈ ਤੂੰ? ਜਾਣ ਲੈ, ਇਹ ਤਾਂ ਰਸੂਲ ਦਾ ਮੁਕਾਮ ਹੈ, ਰਸੂਲ ਦੀ ਜਗ੍ਹਾ ਹੈ। ਪਾਛੇ ਹਟ ਜਈਐ ਅਬੈ ਸੁਨ ਬੋਲੇ ਗੁਣ ਧਾਮ। ਮਹਾਰਾਜ ਨੂੰ ਕਹਿੰਦੇ ਪਿੱਛੇ ਹਟ ਜਾ, ਹੁਣੇ ਪਾਸੇ ਚਲਿਆ ਜਾ, ਤੂੰ ਕਿਤੇ ਇਹ ਮਰਜ਼ਾਦਾ ਦਾ ਤੈਨੂੰ ਪਤਾ ਨਹੀਂ। ਉਹ ਗੁਰਮੁਖੋ ਫਿਰ ਕਬਰ ਗੁਰੂ ਸਾਹਿਬ ਵੱਲ ਨੂੰ ਝੁਕ ਗਈ ਸੀ। ਅੱਜ ਵੀ ਉਹ ਨਿਸ਼ਾਨੀ ਹੈ ਕਿ ਉਵੇਂ ਕੋ ਜਿਹੜੀ ਕਬਰ ਇੱਕ ਪਾਸੇ ਨੂੰ ਝੁਕੀ ਹੋਈ ਹੈ। ਉਹਨੇ ਤਾਂ ਨਮਸਕਾਰ ਕੀਤੀ ਪਰ ਮੁਲਾਣਿਆਂ ਨੂੰ ਪਤਾ ਨਹੀਂ ਸੀ। ਉਹ ਕਹਿਣ ਲੱਗੇ ਰਸੂਲ ਦਾ ਮੁਕਾਮ ਹੈ ਇਹ। ਸੁਣ ਬੋਲੇ ਗੁਣ ਧਾਮ। ਤਾਂ ਇਹ ਸੁਣ ਕੇ ਗੁਣਾਂ ਦੇ ਘਰ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਇਹ ਉਪਦੇਸ਼ ਦਿੱਤਾ ਜੋ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ ਮਹਾਰਾਜ ਦਾ। ਮੁਕਾਮ ਕਰ ਘਰ ਬੈਸਣਾ ਨਿਤ ਚੱਲਣਾ ਕੀ ਧੋਖ। ਮੁਕਾਮ ਤਾਂ ਪਰ ਜਾਣੀਐ ਜਾ ਰਹਿ ਨਿਸ਼ਚਲੋ ਦੁਨੀਆ ਕੈਸ ਮੁਕਾਮੇ। ਇਹ ਹੁਣ ਸ਼ਬਦ ਨਾਲ ਸੰਤ ਰੇਣ ਜੀ ਨੇ ਦਿੱਤਾ ਹੈ। ਇੱਥੋਂ ਹੁਣ ਆਪਾਂ ਵਿਚਾਰ ਕੱਲ ਕਰਾਂਗੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।